सफर टीवी देख रहे सारे ही दर्शकों ਨੂੰ प्यार भरी सत श्री अकाल। ਅੱਜ ਅਸੀਂ ਫਿਰ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ ਇੱਕ ਨਵੀਂ ਉਡਾਨ ਦੀ ਨਵੇਂ ਮਹਿਮਾਨ ਨੂੰ ਤੁਹਾਡੇ ਨਾਲ ਮਿਲਾਉਣ ਲਈ। ਜਿਵੇਂ ਕਿ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ ਤੁਹਾਨੂੰ ਐਵੇਂ ਦੀਆਂ ਸ਼ਖਸੀਅਤਾਂ ਦੇ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਕਿ ਆਪਣੇ ਲਈ ਤਾਂ ਜ਼ਿੰਦਗੀ ਬਹੁਤ ਸੋਹਣੀ ਬਤੀਤ ਕੀਤੀ ਪਰ ਨਾਲ ਦੇ ਨਾਲ ਉਹਨਾਂ ਨੇ ਕਮਿਊਨਿਟੀ ਦੇ ਲਈ ਬਹੁਤ ਹੀ ਸੋਹਣੇ ਕੰਮ ਕੀਤੇ। ਸੋ ਮੈਂ ਜਦੋਂ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਮੌਕਾ ਮਿਲਿਆ ਕੋਮਲ जी ਦੇ ਨਾਲ ਗੱਲਬਾਤ ਕਰਨ ਦਾ ਮਿਲੀ ਤੇ ਮੈਂ ਅੱਜ ਉਹਨਾਂ ਨੂੰ ਪਹਿਲੀ ਵਾਰੀ ਹਾਂ ਪਰ ਮੈਨੂੰ ਬਹੁਤ ਹੀ अच्छा ਲੱਗਿਆ। मैं ਇੰਨੀ ਪ੍ਰਭਾਵਿਤ ਹੋਈ ਸੋ ਅਸੀਂ ਚਾਹਿਆ ਕਿ ਉਹਨਾਂ ਨੂੰ ਜ਼ਰੂਰ ਤੁਹਾਡੇ ਨਾਲ ਮਿਲਾਇਆ ਜਾਏ ਤੇ कोई पता नहीं हुंदा कदों किसी की गल सुन के कदों असी इंस्पायर हो जाने आ। सो अज मैनू बहुत ही खुशी हो रही है तुहाडे नाल मिलान जा रहे हैं जी कोमलप्रीत संधू। कोमल जी तुहाडा वेलकम। थैंक यू सो मच मीका जी फॉर इनवाइटिंग मी हियर। थैंक यू सो मच फॉर कमिंग। सो जिद्दां मैं तुहानू दस रही सीगी कि जदों भी मैं कोमल नू मिली मैनू बहुत ही अच्छा लग्या। सो कोमल फर्स्ट ऑफ ऑल थैंक यू फॉर बीइंग सच अ नाइस परसन ਤੇ ਜਿਹਦੇ ਨਾਲ ਤੁਹਾਡੇ ਪਰਿਵਾਰ ਤੁਹਾਨੂੰ ਤੁਹਾਡੀ ਅੱਛਾਈ ਇੰਜੋਏ ਕਰਦਾ ਹੈ ਤੇ ਕਮਿਊਨਿਟੀ ਵੀ ਬਹੁਤ ਹੀ we are lucky to have you as community member। ਸੋ ਜਿਵੇਂ ਕਿ ਹਰ ਉਡਾਨ ਹਰ ਇੱਕ ਦਾ ਜੀਵਨ ਇੱਕ ਸ਼ੁਰੂ ਹੁੰਦਾ ਬਚਪਨ ਤੋਂ। ਸੋ ਅਸੀਂ ਜਾਣਨਾ ਚਾਹਾਂਗੇ ਕਿ ਤੁਹਾਡਾ ਬਚਪਨ ਕਿੱਦਾਂ ਦਾ ਸੀਗਾ। ਮੇਰਾ ਬਚਪਨ ਸਾਰਿਆਂ ਦੇ ਬਚਪਨ ਵਾਂਗ बहुत वधिया सी भुल जादा सी मेरे बचपन विच। मैं अपने जन्म तो शुरू करदी हां। हाँ जी बिल्कुल। मेरा जन्म तरनतारन शहर अमृतसर जिले च सी उदों उत्थे होया। मेरे फादर सरदार काबल सिंह जी, मेरे माता जी सरदारनी मनजीत कौर जी, मेरे दो ब्रदर्स ने एक वड्डा एक छोटा। हाँ जी। ते बचपन दे विच मैं भी बहुत शरारती सी। मैं अजे तक लाइक आई एम ए ट्रबल मेकर ते पर मेरे बहुत सारे सवाल हुंदे सी। मैं अपने सवालों करके हमेशा ही जिवें कहंदे आ भी आवाज़ां मारदी सीगी। प्रॉब्लम्स नूं आम लोकी जां चुप हो जांदे आ जां किसी दे कहण नाल चुप मदर्स करा दिंदे आ पर आई थिंक मैं अगेंस्ट द नॉर्म जा रही सीगी ਤੇ ਜਿਹਦੇ ਤੇ ਅੱਜ ਮੈਂ ਪ੍ਰਾਊਡ ਆ। ਪਰ ਇੱਕ ਵਾਰ ਦੀ ਮੈਂ ਤੁਹਾਨੂੰ ਗੱਲ ਦੱਸਦੀ ਆ ਜਦੋਂ ਮੈਨੂੰ ਪਹਿਲੀ ਵਾਰੀ ਪਤਾ ਲੱਗਾ ਜਿਵੇਂ ਹੁਣ ਕਿ ਮੈਂ ਜਸਟਿਸ ਦੀ ਗੱਲ ਬਹੁਤ ਕਰਦੀ ਆ। ਮੈਂ ਹਰ ਕਿਸੇ ਇਨਸਾਨ ਦੇ ਹੱਕਾਂ ਦੀ ਗੱਲ ਬਹੁਤ ਕਰਦੀ ਆ ਤੇ ਉਹਨੂੰ ਆਪਣੇ ਹੱਕ ਯੂਜ਼ ਕਰਨੇ ਚਾਹੀਦੇ ਆ। ਤੇ ਉਹ ਐਵੇਂ ਹੋਇਆ ਕਿ ਗ੍ਰੇਡ 3 ਸੀਗਾ ਤੇ ਸਿਵਿਕਸ ਦੇ ਲੈਸਨ ਵਿੱਚ ਅਸੀਂ ਫੰਡਾਮੈਂਟਲ ਰਾਈਟਸ ਬਾਰੇ ਪੜ੍ਹਿਆ ਸਕੂਲ 'ਚ ਤੇ ਮੈਂ ਬਹੁਤ ਖੁਸ਼ ਸੀ ਵੀ ਇਹ ਵੀ ਸਾਰੇ ਇਕੁਅਲ ਨੇ। ਰਾਈਟ ਟੂ ਇਕੁਐਲਿਟੀ ਆ, ਰਾਈਟ ਟੂ ਸਪੀਚ ਆ, ਰਾਈਟ ਟੂ ਵੋਟ ਆ, ਕੋਈ ਜਾਤ ਪਾਤ ਧਰਮ ਦੇ ਬੇਸਿਸ 'ਤੇ ਨਹੀਂ ਹੈਗਾ। ਸਾਡਾ ਕੌਨਸਟੀਟਿਊਸ਼ਨ ਬਹੁਤ ਬਿਊਟੀਫੁਲ ਆ ਤੇ ਮੈਂ ਬਹੁਤ ਖੁਸ਼ ਸੀ। ਤੇ ਮੈਂ ਘਰੇ ਆਈ ਤੇ ਮੈਂ ਨਾ ਆਪਣੇ ਪੇਰੈਂਟਸ ਨਾਲ ਸ਼ੇਅਰ ਕਰਨ ਲੱਗੀ ਤੁਹਾਨੂੰ ਪਤਾ ਅੱਜ ਮੈਂ ਸਿਵਿਕਸ ਦੇ ਵਿੱਚ ਫੰਡਾਮੈਂਟਲ ਰਾਈਟਸ ਪੜ੍ਹੇ ਆ ਤੇ ਉਹ ਮੈਂ ਸਾਰੇ ਦੱਸਣ ਲੱਗ ਗਈ ਤਰਤੀਬਵਾਰ ਨਾਲ। ਤੇ ਮੇਰੇ ਫਾਦਰ ਵਾਜ਼ ਸੋ ਇਨਕਰੇਜਿੰਗ। ਹੀ ਸੈਡ ਯੈਸ ਹਾਂ ਸਾਰੇ ਇਕੁਅਲ ਹੁੰਦੇ ਨੇ, ਹਾਂ ਕੋਈ ਭੇਦਭਾਵ ਨਹੀਂ ਹੁੰਦਾ, ਤੁਸੀਂ ਸੈਕੂਲਰ ਇੰਡੀਆ 'ਚ ਆਪਣੀ ਗੱਲ ਰੱਖ ਸਕਦੇ, ਗੱਲ ਕਰ ਸਕਦੇ, ਵਿਮਨ ਨੂੰ ਵੀ ਸਾਰੇ ਰਾਈਟ ਨੇ। ਐਂਡ meanwhile me and my father were enjoying that discussion. My mom said no stop it right there, itna beautiful nahi hegi life, eh padho paper do te agli class ch jao। haan ji। te I was like no fir eh padhne kyon ਆ जे हैगा नहीं हैगा क्यों नहीं पर कॉन्स्टिट्यूशन च लिखिया आ या हैगा आ अपने राइट्स ने ये अपन नूं मिले हुए ने। ते मैं क्या तुहानूं पता नहीं। एंड एट दैट टाइम शी वाज टीचिंग सोशल स्टडीज टू द सेम थिंग इन स्कूल। ओके। इन हर स्कूल एट दैट टाइम शी वाज टीचिंग दोज थिंग्स and she is a political science masters। wow। and I said तुहानूं पता नहीं? she said मैनूं सब पता आ पर she trying to tell me that real life is very different from what they preach in the books। but फिर मैं ते पर as a child ना उदों ही अपने अंदर सोच लिया मैं क्या जान ते सिलेबस किताब चो जाऊगा
ਤੇ ਜਾਂ ਤੇ ਮੈਂ ਇਹਦੇ ਨਾਲ ਹੀ ਜੀਊਂਗੀ ਤੇ ਹੋਰ ਲੋਕਾਂ ਨੂੰ ਵੀ ਦੱਸੂੰਗੀ ਵੀ ਇਹ ਸਾਡੇ ਰਾਈਟਸ ਨੇ ਤੇ ਸਾਨੂੰ ਇਹਨਾਂ ਨੂੰ ਯੂਜ਼ ਕਰਨਾ ਆ, ਇਹਨਾਂ ਨੂੰ ਐਕਸਰਸਾਈਜ਼ ਕਰਨਾ ਆ ਤੇ ਇਹ ਬਿਊਟੀਫੁਲ ਹੈ ਸਾਡਾ ਕਨਸਟੀਟਿਊਸ਼ਨ ਤੇ there is no problem at all। ਹਾਂਜੀ, ਸੋ ਮੈਂ ਦੇਖੋ ਦਰਸ਼ਕਾਂ ਨੂੰ ਇੱਥੇ ਜ਼ਰੂਰ ਦੱਸਣਾ ਚਾਹਾਂਗੀ ਕਿ 3 ਸਾਲ 3rd ਗ੍ਰੇਡ ਦੇ ਵਿੱਚ ਬੱਚਾ ਕਿੰਨਾ 8-9 ਸਾਲ ਦਾ ਹੁੰਦਾ ਹੈ ਨਾ। ਸੋ ਇਹਨਾਂ ਨੂੰ 9 ਸਾਲ ਤੇ ਜਦੋਂ ਇਹਨਾਂ ਨੇ ਪਹਿਲੀ ਵਾਰੀ ਲਰਨ ਕੀਤਾ ਕਿ ਫੰਡਾਮੈਂਟਲ ਰਾਈਟਸ ਹੁੰਦੇ ਨੇ, ਕਿ ਸਭ ਨੂੰ ਇਕੁਐਲਿਟੀ ਦਾ ਰਾਈਟ ਹੈਗਾ, ਤੇ ਉਦੋਂ ਹੀ ਇਹਨਾਂ ਨੇ ਮਨ 'ਚ ਵਸਾ ਲਿਆ। ਬਟ ਇਹਨਾਂ ਦੇ ਮਦਰ ਨੇ ਇਹਨਾਂ ਨੂੰ ਜਾਣੂ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਰਿਐਲਿਟੀ ਕੁਛ ਹੋਰ ਹੈ, ਕਿ ਉਹ ਆਪਾਂ ਸਭ ਨੂੰ ਪਤਾ ਹੈ ਕਿ ਰਿਐਲਿਟੀ ਦੇ ਵਿੱਚ ਖਾਸ ਕਰਕੇ ਇੰਡੀਆ ਇਕੁਐਲਿਟੀ ਨਹੀਂ ਹੈਗੀ, ਆਪਣੇ ਜਾਤ ਧਰਮ ਦੇ ਬੇਸ ਤੇ ਬਹੁਤ ਡਿਫਰੈਂਸਿਸ ਨੇ, ਹੈ ਨਾ। ਸੋ ਪਰ ਇਹ ਚੀਜ਼ ਜਿਹੜੀ ਕਿ ਮੈਨੂੰ ਇਹਨਾਂ ਦੀ ਅੱਛੀ ਲੱਗੀ, ਜਦੋਂ ਮੈਂ ਇਹਨਾਂ ਨੂੰ ਪੁੱਛਿਆ ਤੁਹਾਡਾ ਬਚਪਨ ਕਿਵੇਂ ਦਾ ਸੀ, ਤੇ ਮੈਨੂੰ ਬਹੁਤ ਹੀ ਅੱਛਾ ਲੱਗਿਆ ਕਿ ਜਦੋਂ ਇਹ ਮੈਨੂੰ ਗੱਲ ਕਰ ਰਹੇ ਸੀ, ਕਹਿ ਰਹੇ ਸੀਗੇ ਕਿ ਮੈਂ ਬਹੁਤ ਕੁਐਸਚਨ ਪੁੱਛਦੀ ਹੁੰਦੀ ਸੀਗੀ, ਤੇ ਮੈਂ ਕਿਹਾ ਦੈਟ ਇਜ਼ ਗੁੱਡ ਥਿੰਗ ਕਿ ਜੇ ਤੁਸੀਂ ਪੁੱਛੋਗੇ ਨਹੀਂ, ਯੂ ਆਰ ਟੂਡੇ, ਕਿਉਂਕਿ ਤੁਹਾਡੇ 'ਚ ਇਨਕੁਇਜ਼ਿਟਿਵਨੈਸ ਹੁੰਦੀ ਸੀਗੀ, ਹੈ ਨਾ, ਤੁਸੀਂ ਜਾਣਨਾ ਚਾਹੁੰਦੇ ਸੀ ਐਂਡ ਯੂ ਵਾਂਟਡ ਟੂ ਪ੍ਰੈਕਟਿਸ ਦੈਟ ਇਨ ਯੂਰ ਲਾਈਫ। ਸੋ ਬਹੁਤ ਹੀ ਅੱਛੀ ਗੱਲ ਹੈ। ਸੋ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਮਦਰ ਤੇ ਰਿਐਲਿਟੀ ਦੇ ਕੋਲ ਰੱਖਣਾ ਚਾਹੁੰਦੇ ਸੀ, ਕਿਉਂਕਿ ਮਦਰ ਨੂੰ ਬਹੁਤ ਹੁੰਦਾ ਹੈ ਕਿ ਮੇਰੀ ਬੇਟੀ ਹੈ, ਇਹਨੇ ਅਗਲੇ ਘਰ ਜਾਣਾ ਹੈ, ਹੁਣੇ ਤੋਂ ਇਹਨੂੰ ਥੋੜਾ ਜਿਹਾ ਸਿਖਾਉਣਾ ਸ਼ੁਰੂ ਕਰੀਏ, ਹੈ ਨਾ। ਬਟ ਯੂਰ ਫਾਦਰ ਵਾਜ਼ ਵੈਰੀ ਸਪੋਰਟਿਵ, ਹੈ ਨਾ। ਹੀ ਇਜ਼ ਥਰੂ ਆਊਟ, ਲਾਈਕ ਮਦਰ ਵਾਜ਼ ਹਰ ਗੱਲ ਤੇ ਉਹ ਆਪਣੇ ਹਿਸਾਬ ਨਾਲ, ਜਿਵੇਂ ਮਦਰਸ ਗਾਈਡ ਕਰਦੇ, ਹੁਣ ਮੈਂ ਅੰਡਰਸਟੈਂਡ ਕਰ ਸਕਦੀ ਹਾਂ ਬਿਕਾਜ਼ ਵੀ ਆਰ ਅਡਲਟਸ ਐਂਡ ਮਦਰ। ਪਰ ਉਦੋਂ ਮੈਂ ਥੋੜੀ ਰਿਵੋਲਟ ਹੋ ਜਾਂਦੀ ਸੀ, ਮੈਂ ਕਰਦੀ ਸੀ, ਪਰ ਮੈਂ ਅਜੇ ਵੀ ਮੇਰੀ ਉਹਨਾਂ ਨਾਲ ਇਹ ਲੜਾਈ ਕੰਟੀਨਿਊ ਆ। ਹਾਂਜੀ ਹਾਂਜੀ। ਤੇ ਪਰ ਫਿਰ ਮਦਰ ਤੋਂ ਬਾਅਦ ਬਚਪਨ ਚੇਂਜ ਹੋਇਆ ਕਿ ਇਹ ਟਰਬਲ ਉੱਥੇ ਹੀ ਨਹੀਂ ਖਤਮ ਹੋ ਗਈ, ਉਦੋਂ ਸ਼ਾਇਦ ਸ਼ੁਰੂ ਹੋਈ ਇਹਦੀ ਸ਼ੁਰੂਆਤ ਸੀ। ਹਾਂ, ਬਿਕਾਜ਼ ਉਹ ਤੁਹਾਡੀ ਇੱਕ ਬਚਪਨ, ਜਿਹੜਾ ਬਚਪਨ ਦੇ ਵਿੱਚ ਹੀ ਤੁਹਾਡੀ ਨਾ ਲਾਈਫ ਦੀ ਨੀਂਹ ਧਰੀ ਜਾਂਦੀ ਹੈ। ਕਿਉਂਕਿ ਮੈਂ ਹਮੇਸ਼ਾ ਜਦੋਂ ਵੀ ਕਿਸੇ ਨੂੰ ਇੰਟਰਵਿਊ ਕਰਦੇ ਆਪਾਂ ਦੇਖਦੇ ਹਾਂ ਕਿ ਜਿਵੇਂ ਬਚਪਨ ਹੁੰਦਾ ਹੈ, ਉਹ ਤੁਹਾਡੀ ਇੱਕ ਫਾਊਂਡੇਸ਼ਨ ਹੁੰਦੀ ਹੈ, ਉਹਦੇ ਉੱਤੇ ਤੁਸੀਂ ਚੱਲਦੇ ਰਹਿੰਦੇ ਹੋ। ਸੋ ਜਿਹੜੇ ਸਾਡੇ ਦਰਸ਼ਕ ਵੇਖ ਰਹੇ ਨੇ, ਮੈਂ ਜ਼ਰੂਰ ਕਹਿਣਾ ਚਾਹਾਂਗੀ ਆਪਣੀਆਂ ਬੀਬੀਆਂ ਭੈਣਾਂ ਜਾਂ ਬੱਚੀਆਂ ਨੂੰ ਕਿ ਜਦੋਂ ਛੋਟੇ ਬਚਪਨ ਦੇ ਵਿੱਚ ਹੀ, ਕਹਿੰਦੇ 5 ਸਾਲ ਤੱਕ ਬੱਚਾ ਸਗੋਂ ਸਭ ਤੋਂ ਜ਼ਿਆਦਾ ਸਿੱਖਦਾ, ਉਦੋਂ ਤੱਕ ਉਹਦੇ ਵਿੱਚ ਜਿਹੜੀਆਂ ਫੰਡਾਮੈਂਟਲ ਵੈਲਿਊਜ਼ ਨੇ ਜਾਂ ਜ਼ਿੰਦਗੀ 'ਚ ਤੁਸੀਂ ਜੋ ਵੀ ਉਹਨਾਂ ਨੂੰ ਸਿਖਾਉਣਾ ਚਾਹੁੰਦੇ ਹੋ, ਉਦੋਂ ਹੀ ਉਹਨਾਂ ਦੇ ਵਿੱਚ ਪਾ ਸਕਦੇ ਹੋ, ਤੇ ਫਿਰ ਉਹ ਜ਼ਿੰਦਗੀ ਭਰ ਉਵੇਂ ਦੇ ਹੀ ਰਹਿੰਦੇ ਨੇ, ਹੈ ਨਾ। ਸੋ ਫਿਰ ਉਸ ਤੋਂ ਬਾਅਦ ਤੁਸੀਂ ਕਾਲਜ ਗਏ। ਉਸ ਤੋਂ ਬਾਅਦ ਥੋੜਾ ਜਿਹਾ ਜਿਵੇਂ ਬਚਪਨ 'ਚ ਮੈਂ ਹੋਰ ਦੱਸਦੀ ਹਾਂ ਵੀ ਸਕੂਲ ਦੇ ਵਿੱਚ I was a troublemaker child। ਮੈਂ ਟੀਚਰਸ ਨੂੰ ਬਹੁਤ ਕੁਐਸਚਨ ਪੁੱਛਦੀ ਸੀ, ਮੇਰੀ ਆਪਣੀ ਇੱਕ ਆਈਡੀਓਲੋਜੀ ਸੀਗੀ। ਜਿਵੇਂ ਮੇਰੇ ਫਾਦਰ ਮੈਨੂੰ ਬਹੁਤ ਇਨਕਰੇਜ ਕਰਦੇ ਸੀ ਨਿਊਜ਼ਪੇਪਰ ਪੜ੍ਹਨ ਲਈ, ਜਿਹੜਾ ਜੋ ਆਪਣੇ ਆਲੇ ਦੁਆਲੇ ਹੋ ਰਿਹਾ ਉਹਨੂੰ ਸਮਝਣ ਲਈ, ਉਹਨੂੰ ਡਿਸਕਸ ਕਰਨ ਲਈ। ਤੇ ਪਰ ਉਹ ਜਿਵੇਂ ਅਪ ਟੂ ਗ੍ਰੇਡ 10 ਲਾਈਕ ਹਰ ਬੱਚਾ ਸਕੂਲੋਂ ਘਰੇ ਜਾਂਦਾ ਆ, ਉਹ ਜੋ ਹੋਮਵਰਕ ਹੁੰਦਾ ਉਹ ਪੜ੍ਹਦਾ ਆ, ਫਿਰ ਖਾਂਦਾ ਆ, ਫਿਰ ਸੌਂ ਜਾਂਦਾ। ਪਰ ਮੇਰੀ ਲਾਈਫ ਥੋੜੀ ਡਿਫਰੈਂਟ ਸੀ, ਮੈਂ ਉਹ ਸਭ ਤੇ ਨਹੀਂ ਸੀ ਇੰਨਾ ਕਰਦੀ, ਹੋਮਵਰਕ ਵਗੈਰਾ ਉਹ ਮੈਨੂੰ ਆਉਂਦਾ ਸੀ, ਮੈਂ ਆਬਜ਼ਰਵੈਂਟ ਸੀ ਕਲਾਸ ਦੇ ਵਿੱਚ। ਸੋ ਪਰ ਮੈਂ ਬਾਕੀ ਮੇਰਾ ਇੱਕ ਪੈਰਲਰ ਸਕੂਲਿੰਗ ਅਲੱਗ ਤੌਰ ਤੇ ਘਰੇ ਚੱਲ ਰਹੀ ਸੀ ਮੇਰੇ ਫਾਦਰ ਵੱਲੋਂ। ਸੋ ਉਹਦੇ ਕਰਕੇ ਮੈਂ ਟੀਚਰਸ ਮੈਨੂੰ ਕਲਾਸ ਚੋਂ ਬਾਹਰ ਕੱਢ ਦਿੰਦੇ ਸੀ ਮੋਸਟ ਆਫ ਦਾ ਟਾਈਮ। ਐਂਡ ਕਿਉਂਕਿ ਮੈਂ ਜਦੋਂ ਤੁਹਾਡੇ ਨਾਲ ਗੱਲ ਕਰ ਰਹੀ ਸੀ ਨਾ, ਕਿਉਂਕਿ ਟੀਚਰਸ ਦਾ ਵੀ ਉਨਾ ਐਕਸਪੋਜ਼ਰ ਨਹੀਂ ਸੀ। ਇਹਨਾਂ ਦੇ ਫਾਦਰ, ਯੂਰ ਫਾਦਰ, ਉਹਨਾਂ ਬਾਰੇ ਦੱਸੋ। ਲਾਇਰ ਸੀਗੇ, ਹੈ ਨਾ। ਹਾਂਜੀ, ਮੇਰੇ ਫਾਦਰ ਕ੍ਰਿਮੀਨਲ ਲਾਇਰ ਸੀ ਤਰਨਤਾਰਨ ਦੇ ਵਿੱਚ। ਐਂਡ ਉਹਨਾਂ ਨੇ ਆਪਣੀ ਲਾਈਫ 'ਚ ਜਿਹੜੇ ਸਾਡੇ ਏਰੀਏ ਦੇ ਜਾਂ ਪੰਜਾਬ ਦੇ ਲੋਕ ਨੇ ਉਹ ਜਾਣਦੇ ਨੇ। ਮਾਈ ਫਾਦਰ ਡਜ਼ਨਟ ਨੀਡ ਐਨੀ ਇੰਟਰੋਡਕਸ਼ਨ। ਤੇ ਪਰ ਉਹ ਦ ਵੇ ਹੀ ਲਿਵਡ ਹਿਜ਼ ਲਾਈਫ, ਜਿਵੇਂ ਉਹਨਾਂ ਦੀਆਂ ਵੈਲਿਊਜ਼ ਸੀਗੀਆਂ, ਸਕਿੱਲਸ ਸੀਗੀਆਂ, ਜਾਂ I would say now he's a feminist. He believe in women empowerment and ਉਹਦੇ ਤੇ ਉਹਨਾਂ ਨੇ ਕੰਮ ਕੀਤਾ। ਉਵੇਂ ਵੀ he touched every part of life, like ਜੇ ਕੋਈ ਨੀਡੀ ਆ ਉਹਦੀ ਹੈਲਪ ਕਰਦੇ ਸੀਗੇ। ਹੋਰ ਆਪਣੀ ਵਕਾਲਤ ਦੇ ਦੌਰਾਨ ਵੀ, ਉਦੋਂ 1984 ਸੀਗਾ, ਉਹਦੇ ਵਿੱਚ ਵੀ ਉਹਨਾਂ ਨੇ
ਆਪਣੇ ਹਿਸਾਬ ਨਾਲ ਸੇਵਾ ਕੀਤੀ ਆਈ ਵੁੱਡ ਸੇ। ਤੇ ਸੋ ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ, ਲਾਈਫ ਨੂੰ ਨੇੜੇ ਹੋ ਕੇ ਹੋਰਾਂ ਦੀਆਂ ਮੁਸ਼ਕਿਲਸ ਨੂੰ ਕਿਵੇਂ ਸਮਝੀਦਾ ਆ। ਆਪਣੇ ਲਈ ਤੇ ਸਾਰੇ ਜਿਉਂਦੇ, ਜਿਵੇਂ ਤੁਸੀਂ ਪਹਿਲਾਂ ਕਿਹਾ ਆ। ਤੇ ਮੈਨੂੰ ਲੱਗਦਾ ਸੀ, ਹੁਣ ਵੀ ਲੱਗਦਾ, ਮੇਰੇ ਫਾਦਰ ਗੁਰੂਆਂ ਦੀਆਂ ਸਿੱਖਿਆਵਾਂ ਤੇ ਚੱਲਦੇ ਸੀਗੇ, ਵੈਲਿਊਜ਼ ਆਫ ਸਿੱਖਿਜ਼ਮ। ਐਂਡ ਤੇ ਫਿਰ ਇਹ he lived it, and I think we lived and enjoyed our childhood with him. Yes. ਪਰ ਇੱਕ ਚੀਜ਼ ਮੈਂ ਤੁਹਾਨੂੰ ਜਿਹੜੀ ਕੱਲ ਮੈਨੂੰ ਗੱਲ ਕਰਦਿਆਂ ਹੋਇਆ ਇਹਨਾਂ ਨਾਲ ਬਹੁਤ ਅੱਛੀ ਲੱਗੀ ਕਿ ਮੈਂ ਪੁੱਛਣਾ ਚਾਹਾਂਗੀ, ਕਿੰਨੇ ਕੁ ਫਾਦਰਸ ਨੇ ਜਾਂ ਕਿੰਨੀਆਂ ਕੁ ਮਦਰਸ ਨੇ ਕਿ ਨਿਊਜ਼ਪੇਪਰ ਪੜ੍ਹ ਕੇ ਤੇ ਜਿਹੜਾ ਐਡੀਟਰਸ ਨੇ ਐਡੀਟੋਰੀਅਲ ਦਾ ਕਾਲਮ ਹੁੰਦਾ ਹੈ ਆਪਣੇ ਬੱਚਿਆਂ ਨਾਲ ਡਿਸਕਸ ਕਰਦੇ ਨੇ। I really loved it when you told ਕਿ ਵੀ ਤੁਹਾਡੇ ਫਾਦਰ ਤੁਹਾਡੇ ਨਾਲ ਉਹ ਡਿਸਕਸ ਕਰਦੇ ਹੁੰਦੇ ਸੀ। Yes, he does discuss ਕਿ okay ਸਾਡੇ ਘਰੇ ਸਾਰੇ ਨਿਊਜ਼ਪੇਪਰ ਆਉਂਦੇ ਸੀ, ਇੰਗਲਿਸ਼ ਤੇ ਜ਼ਿਆਦਾ ਆਉਂਦੇ ਸੀਗੇ, ਟ੍ਰਿਬਿਊਨ, ਇੰਡੀਅਨ ਐਕਸਪ੍ਰੈਸ ਤੇ ਪੰਜਾਬੀ ਦਾ ਵੀ ਇੱਕ ਆਉਂਦਾ ਸੀ। ਤੇ ਉਹਨਾਂ ਨੇ ਮੈਨੂੰ ਐਡੀਟੋਰੀਅਲ ਸੈਕਸ਼ਨ ਪੜ੍ਹਨ ਲਈ ਸੈਟਰਡੇ ਸੰਡੇ ਤੇ ਜਾਂ ਕੋਈ ਪੋਲੀਟੀਕਲ ਡਿਸਕਸ਼ਨ ਹੋਣੀਆਂ, ਉਹਦੇ ਵਿੱਚ ਮੈਨੂੰ ਜਿਵੇਂ ਆਪਾਂ ਐਜ਼ ਅ ਚਾਈਲਡ ਨਾ ਕਈ ਇਹੋ ਜਿਹੇ ਵਰਡਸ ਹੁੰਦੇ ਜਾਂ ਸਟੇਟਮੈਂਟਸ ਹੁੰਦੀਆਂ ਜਿਹੜੀਆਂ ਉਹ ਇੱਕ ਵਰਡ 'ਚ ਹੀ ਦੱਸੀਆਂ ਜਾਂਦੀਆਂ ਨੇ ਨਿਊਜ਼ਪੇਪਰ ਦੇ ਵਿੱਚ, ਪਰ ਉਹਨਾਂ ਦਾ ਜਿਹੜਾ ਮੈਨਾ ਆ ਉਹ ਬਹੁਤ ਲੰਬਾ ਚੌੜਾ ਹੁੰਦਾ ਆ। ਪਰ ਉਹ ਵਾਲੇ ਵਰਡਸ ਵੀ, ਉਹ ਵਾਲੀ ਵੋਕੈਬਲਰੀ ਵੀ ਮੈਨੂੰ ਸਿਖਾ ਦਿੱਤੀ ਸੀ। ਮੈਨੂੰ ਐਵੇਂ ਦੱਸਿਆ ਸੀ ਵੀ ਇਹ ਐਡੀਟਰ ਕਹਿਣਾ ਕੀ ਚਾਹੁੰਦਾ ਆ। ਓਕੇ, ਐਡੀਟਰ ਨੇ ਜੋ ਕਹਿਤਾ, ਹੁਣ ਵਟ ਆਰ ਯੂਰ ਵਿਊਜ਼ ਔਨ ਦਿਸ, ਤੈਨੂੰ ਕੀ ਸਮਝ ਲੱਗੀ ਤੇ ਹੁਣ ਤੇਰੀ ਕੀ ਵਿਚਾਰਧਾਰਾ ਆ ਇਸ ਤੋਂ। ਸੋ ਆਈ ਥਿੰਕ ਉਹ ਜਿਹੜਾ ਲੈਸਨ ਸੀ ਉਹ ਕਿਸੇ ਬੁੱਕ 'ਚ ਨਹੀਂ ਹੈਗੇ। ਹਾਂ, ਐਂਡ ਇਟਸ ਡਿਫਿਕਲਟ ਇਹ ਹੁੰਦਾ ਆ ਟਾਈਮ ਸਪੈਂਡ ਕਰਨਾ ਆਪਣੇ ਬੱਚੇ ਦੇ ਨਾਲ, ਕੁਆਲਿਟੀ ਟਾਈਮ, ਜਿਹੜਾ ਮੇਰੇ ਨਾਲ ਅੱਜ ਵੀ ਆ। ਭਾਵੇਂ ਮੇਰੇ ਫਾਦਰ ਫਿਜ਼ੀਕਲ ਤੌਰ ਤੇ ਮੇਰੇ ਨਾਲ ਨਹੀਂ ਨੇ, ਪਰ ਉਹਨਾਂ ਦੀਆਂ ਦਿੱਤੀਆਂ ਹੋਈਆਂ ਜਿਹੜੀਆਂ ਟੀਚਿੰਗਸ ਨੇ ਉਹ ਤੁਹਾਡੇ ਨਾਲ ਹਮੇਸ਼ਾ, ਬਿਕੋਜ਼ ਦੈਟਸ ਵਾਟ ਕ੍ਰੀਏਟਡ ਦਿਸ ਕੋਮਲਪ੍ਰੀਤ, ਹੈ ਨਾ। ਸੋ ਬਹੁਤ ਹੀ ਅੱਛਾ ਲੱਗਿਆ ਜਦੋਂ ਇਹਨਾਂ ਨੇ ਦੱਸਿਆ ਕਿ ਵੀ ਦੈਟ ਇਜ਼ ਵਾਈ ਯੂ ਵਰ ਡਿਫਰੈਂਟ, ਕਿਉਂਕਿ ਬੱਚੇ ਸਿਰਫ ਹੋਮਵਰਕ ਕਰਕੇ ਬੁੱਕਸ ਜੋ ਸਿਲੇਬਸ 'ਚ ਲਿਖਿਆ ਪੜ੍ਹ ਕੇ ਜਾਂਦੇ ਸੀ, ਟੀਚਰਸ ਵੀ ਉਹੀ ਪ੍ਰਿਪੇਅਰ ਕਰਕੇ ਜਾਂਦੇ ਸੀ। ਇਹਨਾਂ ਦਾ ਇਹ ਹੁੰਦਾ ਸੀ ਕਿ ਇਹਨਾਂ ਨੇ ਐਡੀਟੋਰੀਅਲ ਸੈਕਸ਼ਨ ਪੜ੍ਹਿਆ, ਦੈਨ ਸ਼ੀ ਵਿਲ ਥਿੰਕ ਕਿ ਵੀ ਮੇਰੇ ਟੀਚਰਸ ਨੂੰ ਪਤਾ ਹੋਣਾ ਚਾਹੀਦਾ ਹੈ, ਤੇ ਇਹ ਕੁਐਸਚਨ ਕਰਦੇ ਸੀ, ਟੀਚਰਸ ਨੂੰ ਪਤਾ ਨਹੀਂ ਸੀ ਹੁੰਦਾ, ਤੇ ਉਹ ਤੁਹਾਨੂੰ ਟਰਬਲ ਕਿਡ ਮੰਨਦੇ ਸੀਗੇ, ਹੈ ਨਾ। ਯੈਸ, ਟੀਚਰਸ ਜਿਵੇਂ ਉਹਨਾਂ ਹੁਣ ਮੈਂ ਸਮਝ ਸਕਦੀ ਹਾਂ ਕਿ ਤਰਨਤਾਰਨ ਵਰਗੇ ਸ਼ਹਿਰ ਦੇ ਵਿੱਚ ਜਿਹੜੀ ਪ੍ਰਾਈਵੇਟ ਸਕੂਲ ਟੀਚਰ ਆ ਉਹਦਾ ਕਿੰਨਾ ਕੁ ਐਕਸਪੋਜ਼ਰ ਹੋਊਗਾ, ਤੇ ਫਿਰ ਉਹ ਆਪਣਾ ਗ੍ਰੈਜੂਏਸ਼ਨ ਕਰਕੇ ਪ੍ਰਾਈਵੇਟ ਸਕੂਲ 'ਚ ਲੱਗ ਜਾਣ। ਇਟਸ ਨਾਟ ਦੇਅਰ, I don't blame them. They don't even like the things that you will want to discuss. ਉਹਨਾਂ ਨੂੰ ਉਹਦੇ ਬਾਰੇ ਪਤਾ ਹੀ ਨਹੀਂ ਹੈਗਾ, ਕਿਉਂਕਿ ਐਡੀਟੋਰੀਅਲਸ ਦੇ ਵਿੱਚ ਕੀ ਹੁੰਦਾ ਹੈ ਕਿ they are the like ਜਿਹੜੇ ਉਹਦੇ ਵਿੱਚ ਮੇਨ ਚੀਜ਼ਾਂ whatever is going around current situations ਤੇ ਹੁੰਦਾ ਸੀ, ਹੈ ਨਾ। ਉਹਨਾਂ ਨੇ ਪੜਾਉਣਾ ਹੈ ਜਿਹੜਾ ਬੁੱਕਸ ਦੇ ਵਿੱਚ ਹੈਗਾ, ਹੈ ਨਾ। ਸੋ ਤੁਹਾਡੀ ਨੌਲੇਜ ਫਾਰ ਬੈਟਰ ਸੀਗੀ ਬਿਕੋਜ਼ ਆਫ ਯੋਰ ਡੈਡ, ਐਂਡ ਟੀਚਰਸ ਮੇ ਬੀ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਹੋਣਾ ਵੀ ਇਹ ਕੁੜੀ ਨੂੰ ਤੇ ਸਾਡੇ ਤੋਂ ਵੀ ਜ਼ਿਆਦਾ ਆਉਂਦਾ ਹੈਗਾ। ਜਿਵੇਂ ਮੈਂ ਇੱਕ ਬਹੁਤ ਸਾਲ ਇਹ ਮੇਰੀ ਚੱਲੀ, ਟੀਚਰਸ ਇੰਡੀਆ 'ਚ ਮੈਨੂੰ ਜਿਵੇਂ ਸਾਰੇ ਬੱਚਿਆਂ ਨੂੰ ਕਹਿੰਦੇ ਸੀ ਵੀ ਪਹਿਲਾਂ ਕੁਐਸਚਨ ਲਿਖੋ, ਫਿਰ ਆਨਸਰ ਲਿਖੋ, ਪਹਿਲਾਂ ਰਫ ਕਾਪੀ ਤੇ ਲਿਖੋ, ਫਿਰ ਫੇਅਰ ਕਾਪੀ ਤੇ ਲਿਖੋ। ਐਂਡ ਆਈ ਸੈਡ ਲਾਈਕ ਵਾਈ ਵੀ ਹੈਵ ਟੂ ਵੇਸਟ ਦਿਸ ਮਚ ਟਾਈਮ, rough copy, fair copy, like so much like writing मैं नहीं सी कदी लिख दी, and I'm into trouble. Like I said, like you know on da you can discuss with me. I know like I'm in vast study. ਜਿਵੇਂ ਅਸੀਂ ਹਰ ਸਮਰ ਹਿਮਾਲਿਆਸ ਜਾਂਦੇ ਸੀ, ਤੇ ਹਿਮਾਲਿਆਸ ਦੇ ਵਿੱਚ ਕੀ ਹੁੰਦਾ ਸੀ ਕਿ ਮੇਰੇ ਫਾਦਰ ਨੇ ਮੈਨੂੰ ਪੁੱਛਿਆ ਕਿ I don't know, ਮੈਨੂੰ ਅਜੇ ਵੀ ਨਹੀਂ ਪਤਾ ਕਿ ਉਹਨਾਂ ਨੂੰ ਸਹੀ ਨਹੀਂ ਸੀ ਪਤਾ ਕਿ ਉਹ ਮੈਨੂੰ ਹੀ ਜਾਂਚਣਾ ਚਾਹੁੰਦੇ ਸੀ ਵੀ ਮੈਨੂੰ ਨਹੀਂ ਪਤਾ ਮੌਨਸੂਨ ਕਿਵੇਂ ਹੁੰਦਾ ਆ ਸੀ ਦੇ ਵਿੱਚ ਨਾ, ਤੇ ਫਿਰ ਕਿਵੇਂ ਇਹ ਪੰਜਾਬ ਤੱਕ ਆ ਜਾਂਦੀਆਂ ਆ ਸੀ ਤੋਂ। Then I explained him, we were in Himalayas, भी इतना मानसून कंचनजंगा च जाके स्ट्रक कर दिया या माउंटेन रेंजेस ना, तो फिर उतों पैंदियां मई च शुरू होंदियां अगस्त तक पंजाब पहुंचदियां। Like we discussed the whole geography while we are trekking Himalayas. So वो मैनू कदी नहीं भूल सकदा। फिर किवें पंजाब एक अरेबल लैंड आ, ਕਿਵੇਂ ਪੰਜਾਬ ਦੀ ਉਪਜਾਊ ਧਰਤੀ ਆ, ਕਿਵੇਂ ਵਿੰਟਰ ਵਿੱਚ ਪੰਜਾਬ ਦੇ ਵਿੱਚ ਰੇਨ ਪੈਂਦੀ, ਮਤਲਬ ਕੋਈ
ਟੀਚਰ ਦਾ ਰੱਟਾ ਮਾਰ ਕੇ ਜਾਂ ਕਾਪੀ ਫੇਅਰ ਰਫ ਕਰਕੇ ਉਹ ਬੱਚੇ ਤੇ ਭੁੱਲ ਵੀ ਗਏ ਹੋਣੇ ਆ ਸੀ ਜਿਹੜੀਆਂ ਚੀਜ਼ਾਂ ਬੱਚੇ ਬੁੱਕਸ ਦੇ ਵਿੱਚ ਪੜ੍ਹਦੇ ਸੀ ਹਿਮਾਲਿਆਜ਼ ਜਾਂ ਕੰਚਨਜੰਗਾ ਯੂ ਵਰ देयर ਹਨਾ ਯੂ ਕੁਡ ਸੀ ਇੱਥੇ ਹੁੰਦਾ ਇੱਥੋਂ ਦੀ ਜਾਂਦੀ ਹੈ ਮੌਨਸੂਨ ਫਿਰ ਪੰਜਾਬ ਜਾਂਦੀ ਹੈ ਕਿਉਂਕਿ ਬਿਕਾਜ਼ ਆਫ ਯੂਰ ਡੈਡ ਯੂ ਹੈਡ very good exposure hana and ਉਹਦੇ ਕਰਕੇ you were a very bright and brilliant kid ਤੇ ਕਹਿੰਦੇ ਸੀ ਮੈਂ ਪੜ੍ਹਦੀ ਘੱਟ ਹੁੰਦੀ ਸੀ ਬਟ ਫਿਰ ਵੀ 80s ਵਿੱਚ ਸਕੋਰ ਕਰ ਲੈਂਦੇ ਹੁੰਦੇ ਸੀਗੇ ਬਟ you were always inquisitive ਵੀ ਬਾਕੀ ਸਾਰੀਆਂ ਗੱਲਾਂ you were more practical ਹਨਾ yes I want to ਮੈਂ ਹੋਰ ਜ਼ਿਆਦਾ ਜ਼ਿੰਦਗੀ ਦੇਖਣਾ ਚਾਹੁੰਦੀ ਸੀ ਮੈਨੂੰ ਹੋਰ ਜ਼ਿਆਦਾ ਜਿਵੇਂ ਲੇਅਰਸ ਲਾਉਣੀਆਂ ਚਾਹੁੰਦੀ ਸੀਗੀਆਂ peeling I would want to go into deep into and then I would experience it like ਹਰ ਜਿਵੇਂ ਆਪਣਾ ਫਿਰਕਾ ਹੁੰਦਾ ਆ ਉਹਨੂੰ ਮੈਂ ਜਾਣਾ ਉਹਨੂੰ ਮੈਂ ਲਿਵ ਕਰਾਂ ਫਿਰ ਮੈਂ ਲੋਕਾਂ ਦੀ ਜ਼ਿੰਦਗੀ ਨੂੰ ਹੋਰ ਬਿਹਤਰ ਕਿਵੇਂ ਕਰ ਸਕਦੀ ਹਾਂ this was my aspiration That's very good. So फिर उस तो बाद तुसी कॉलेज आ गए यूनिवर्सिटी you came to Chandigarh है ना shifted to Chandigarh उत्थे कितना दा रहा तुहाडा सफर It was memorable it was very good not like school क्योंकि शहर भी वड्डा सी ते उत्थे मेरे वर्गे लोग सी I would say मेरे वर्गे means ਜਿਨ੍ਹਾਂ ਨੂੰ ਜ਼ਿਆਦਾ ਐਕਸਪੋਜ਼ਰ ਸੀ ਜਿਹੜੀਆਂ ਗੱਲਾਂ ਮੈਂ ਕਰਦੀ ਸੀਗੀ ਉਹਨਾਂ ਨੂੰ ਸਮਝਦੇ ਸੀ so I can relate to them so and college professors and university professors are different from school teachers ਉਹ welcome ਕਰਦੇ ਸੀ new thought process and discussions so it was very memorable even in school I never did any gidda or anything main boli bhi nahi si kadi pai but in school I participated in college in inter school youth festivals and we won youth festival for our college Shri Guru Gobind Singh College sector 26 Chandigarh so I feel proud and I enjoy every moment in college ek main tanu incidents ਦੱਸਦੀ ਹਾਂ ਇੱਕ ਵਾਰ ਜਿਵੇਂ ਕਹਿੰਦੇ ਹੁੰਦੇ ਆ ਕਿ ਕੁਛ ਵੀ ਮੈਂ ਥਾਟ ਕਰ ਲਿਆ ਨਾ ਜਿਵੇਂ ਉਹ ਮੈਨੂੰ ਲੱਗਦਾ ਸੀ ਵੀ ਇਹ ਪ੍ਰੈਕਟੀਕਲ I can do it right away I mean implementation is this is the thought and this is the implementation I mean there is no like I'm a fast decision maker and a right decision maker so ਇੱਕ ਵਾਰੀ ਕੀ ਹੋਇਆ BCA honors was on strike at university ਤੇ ਉਹਨਾਂ ਦੀ strike ਤੋਂ we were BSc computer science and ਮੈਂ ਕਿਹਾ ਵੀ ਅਸੀਂ ਵੀ ਇਕੱਲੇ ਹੀ ਹੈਗੇ ਆ our college and there is one more DAV college Chandigarh ਕਿ we are two colleges and we need honors grade too ਤੇ ਵੀ ਜੇ BCA ਨੂੰ honors ਮਿਲ ਸਕਦਾ ਕਿਉਂਕਿ ਤੁਹਾਡੀ ਜਿਹੜੀ thought process ਸੀਗਾ ਵੀ fundamental rights ਸਭ ਦੇ ਬਰਾਬਰ ਨੇ ਹਨਾ ਅੱਜ ਤਾਂ ਥੋੜਾ ਜਿਹਾ ਮੈਂ ਕਿਹਾ ਜੇ ਉਹਨਾਂ ਨੂੰ ਮਿਲਦਾ ਆ strike ਕਰਨ ਨਾਲ ਫਿਰ ਸਾਨੂੰ ਵੀ ਮਿਲਣਾ ਚਾਹੀਦਾ we are on the same platform because we share classes with them the computer classes everything was same only one subject was different and jo vi oda research see more of it and then I had a discussion with my classmates and everybody was so into it yes we have to do it too then we discussed with our seniors I was first grade student that time first year de vich yes so our seniors were with me and we are all together into this then we had meetings with DAV college and we take it to a level that I mean then I lab ji ਤੁਸੀਂ ਸ਼ੁਰੂ ਕਰ ਦਿੱਤੀ ਪਰ DAV college ਮਹਿੰਦਾ ਸੀਗਾ ਤੇ we sent our college boys to meet with them and take it further it was there but honors ਉਹ ਮਿਲਿਆ ਨਹੀਂ because ਮੈਨੂੰ ਲੱਗਾ ਕਿ ਜਿਵੇਂ ਦੀ ਮੈਂ ਆ aggressive and enthusiastic ਸ਼ਾਇਦ ਜਿਨ੍ਹਾਂ ਨੂੰ ਮੈਂ ਵਾਗਦੌੜ ਦੇਤੀ ਆ ਉਹ ਵੀ ਸ਼ਾਇਦ ਇੰਨੇ aggressively ਕੰਮ ਕਰੂਗੇ I didn't follow up because we are into a phase and we don't know like ਸਾਨੂੰ ਇਹਦੇ ਤੇ ਐਵੇਂ ਕੰਮ ਕਰਨਾ ਚਾਹੀਦਾ ਕਿ ਇਹ implementation ਵੀ ਹੋਵੇ ਫਿਰ ਉਹਦੇ consequences ਵੀ ਹੋਣ ਫਿਰ ਉਹ how we can reach up to a goal so I thought they will do the rest of the work I did the major part everybody is with us so we did a major part
So that was so that everybody was with me, just a thought. And so ਇਹਦੇ ਤੋਂ ਮੇਰੇ ਖਿਆਲ ਤੁਸੀਂ ਇੱਕ ਚੀਜ਼ ਲਰਨ ਕੀਤੀ ਹੋਣੀ ਹੈ, follow up is must, ਹੈ ਨਾ? Yes. So if you want to start something, ਤੁਸੀਂ delegate ਉਹਨੂੰ ਕਰ ਸਕਦੇ ਹੋ duties ਜਿਹਨੂੰ ਕਿ ਤੁਹਾਨੂੰ ਪਤਾ ਹੋਵੇ ਵੀ they possess those qualities ਵੀ ਉਹ ਉਹਨੂੰ ਅੱਗੇ ਲੈ ਕੇ ਤੁਰ ਸਕਣ, ਹੈ ਨਾ? Because I'm not judgmental. ਮੈਨੂੰ ਲੱਗਾ ਕਿ ਜਿਵੇਂ ਦੀ ਮੈਂ ਆ ਇਹ ਵੀ ਉਵੇਂ ਹੀ ਲੈ ਜਾਣਗੇ. They might be so attached to this as well, but ਉਹ ਇੱਕ ਲਰਨਿੰਗ ਫੇਜ਼ ਹੁੰਦਾ ਆ. ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਜਮੈਂਟਲ ਨਹੀਂ ਹੁੰਦਾ. ਇੱਕ ਟਰੂ ਲੀਡਰ ਦੀ ਕੁਆਲਿਟੀ ਹੁੰਦੀ ਹੈ, ਉਹਦਾ ਫਰਜ਼ ਬਣਦਾ ਦੇਖਣਾ ਕਿ ਕੌਣ ਕਿਹਦੇ ਲਾਇਕ ਹੈਗਾ, ਕਾਬਿਲ ਹੈਗਾ, ਹਰ ਇੱਕ ਦੀ ਕਾਬਲੀਅਤ. ਸੋ ਉਹ ਯੂ ਵਰ ਫਸਟ ਈਅਰ ਸਟੂਡੈਂਟ, ਸੋ ਤੁਸੀਂ you didn't want to judge anybody, but again you did awesome job, है ना? So ਇੱਥੇ ਬਹੁਤ ਹੀ ਅੱਛਾ ਲੱਗਿਆ ਤੁਹਾਡਾ ਬਚਪਨ ਤੇ ਤੁਹਾਡਾ ਕਾਲਜ ਦਾ ਸਫ਼ਰ ਬੜਾ ਹੀ ਇੰਟਰਸਟਿੰਗ ਸੀਗਾ. ਜਿਵੇਂ ਕਿ ਦਰਸ਼ਕਾਂ ਨੇ ਦੇਖਿਆ ਹੋਣਾ, ਸ਼ੁਰੂ ਤੋਂ ਹੀ ਬੜੇ ਇਨਕੁਇਜ਼ਿਟਿਵ, ਦੁਨੀਆ ਬਦਲਣਾ ਚਾਹੁੰਦੇ ਸੀਗੇ, ਹੈ ਨਾ? ਤਾਂ ਵਾਟ ਐਵਰ ਸ਼ੀ ਸੌ ਸ਼ੀ ਸੈਡ ਨਹੀਂ, ਆਪਣੀ ਇਨਪੁਟ ਇਹ ਜ਼ਰੂਰ ਦੇਣਾ ਚਾਹੁੰਦੇ ਸੀ. ਸੋ ਇੱਥੇ ਇੱਕ ਸਮਾਂ ਹੋ ਗਿਆ ਛੋਟੀ ਜਿਹੀ ਬ੍ਰੇਕ ਲੈਣ ਦਾ. ਬ੍ਰੇਕ ਤੋਂ ਬਾਅਦ ਆ ਕੇ ਅਸੀਂ ਇਹਨਾਂ ਦੇ ਅਗਲੇ ਸਫ਼ਰ ਦੇ ਬਾਰੇ ਜਾਣਕਾਰੀ ਲਵਾਂਗੇ. ਸੋ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ. ਜੀ ਹਾਂ ਦੋਸਤੋ, ਜੇ ਤੁਸੀਂ ਆਪਣੇ ਟਰੱਕ ਜਾਂ ਟ੍ਰੇਲਰ ਦੀ ਮੁਰੰਮਤ ਦਾ ਕੰਮ ਤਸੱਲੀ ਬਖਸ਼ ਅਤੇ ਬਿਨਾਂ ਸਮਾਂ ਖਰਾਬ ਕੀਤਿਆਂ ਕਰਾਉਣਾ ਚਾਹੁੰਦੇ ਹੋ ਤਾਂ ਭਰੋਸੇਯੋਗ ਇੱਕੋ ਇੱਕ ਨਾਂ BTS ਟਰੱਕ ਰਿਪੇਅਰਸ. ਇੱਥੋਂ ਤੁਸੀਂ ਟਰੈਕਟਰ, ਟ੍ਰੇਲਰ, ਰੀਫਰ, ਇੰਜਨ, ਟਰਾਂਸਮਿਸ਼ਨ ਅਤੇ ਸਸਪੈਂਸ਼ਨ ਦਾ ਰਿਪੇਅਰ ਦਾ ਕੰਮ ਸਰਟੀਫਾਈਡ ਟੈਕਨੀਸ਼ੀਅਨਸ ਵੱਲੋਂ ਕਰਵਾ ਸਕਦੇ ਹੋ. ਜੀ ਹਾਂ, BTS ਟਰੱਕ ਰਿਪੇਅਰ 39115 ਮੇਪਲ ਐਵਨਿਊ, ਵੇਨ, ਮਿਸ਼ੀਗਨ ਵਿਖੇ ਵਾਕਿਆ ਹੈ. ਫੋਨ ਨੰਬਰ 734 419 1408 734 419 1408. BTS ਟਰੱਕ ਰਿਪੇਅਰ. ਡਰਾਈਵਰ ਵੀਰਾਂ ਤੇ ਓਨਰ ਆਪਰੇਟਰਸ ਲਈ ਖਾਸ. ਦੋਸਤੋ, ਤੁਸੀਂ ਲੋਡ ਬੁਕਿੰਗ ਦੀ ਚਿੰਤਾ ਛੱਡ ਆਪਣਾ ਪੂਰਾ ਧਿਆਨ ਡਰਾਈਵਿੰਗ ਉੱਤੇ ਲਗਾਓ. ਰੋਡੈਕਸ ਪ੍ਰੋਫੈਸ਼ਨਲ ਡਿਸਪੈਚ ਲੋਡ ਬੁਕਿੰਗ, ਕਰੀਅਰ ਪੈਕਟ ਭੇਜਣ, ਟ੍ਰੇਸਿੰਗ, ਟਰੈਕਿੰਗ ਦੀਆਂ ਸੇਵਾਵਾਂ ਮੁਹੱਈਆ ਕਰਾਉਂਦਾ. ਟਰੱਕਿੰਗ ਇੰਡਸਟਰੀ ਵਿੱਚ ਸਾਡਾ ਡਿਸਪੈਚ ਦਾ ਲੰਬਾ ਤਜਰਬਾ ਹੈ. ਸ਼ਿਪਰਸ ਬ੍ਰੋਕਰਸ ਨਾਲ ਸਿੱਧਾ ਰਾਬਤਾ ਹੋਣ ਕਾਰਨ ਤੁਹਾਡੇ ਲਈ ਬਹੁਤ ਵਧੀਆ ਕੀਮਤਾਂ ਉੱਤੇ ਲੋਡ ਬੁੱਕ ਕਰ ਸਕਦੇ ਹਾਂ. ਤੁਸੀਂ ਜ਼ਿਆਦਾ ਮੁਨਾਫਾ ਕਮਾ ਸਕਦੇ ਹੋ, ਉਹ ਵੀ ਬਿਨਾਂ ਕਿਸੇ ਕੰਟਰੈਕਟ ਦੇ. ਜਾਣਕਾਰੀ ਲਈ ਨੰਬਰ 313 855 5623. ਤੁਹਾਡਾ ਫਿਰ ਸਵਾਗਤ ਹੈ ਪ੍ਰੋਗਰਾਮ ਉਡਾਨ ਦੇ ਵਿੱਚ ਇੱਕ ਵਾਰੀ ਫਿਰ ਤੋਂ. ਤੇ ਜਿਵੇਂ ਅਸੀਂ ਬ੍ਰੇਕ ਤੋਂ ਪਹਿਲਾਂ ਜਾਣਕਾਰੀ ਲੈ ਰਹੇ ਸੀ ਕੋਮਲ ਹੁਰਾਂ ਦੇ ਬਚਪਨ ਤੇ ਕਾਲਜ ਬਹੁਤ ਹੀ ਅੱਛਾ, ਬਹੁਤ ਹੀ ਵੈਲਿਊਜ਼ ਦੇ ਨਾਲ ਭਰਿਆ ਸੀਗਾ. ਤੇ ਫਿਰ ਟਾਈਮ ਆਉਂਦਾ ਹੈ ਕਿ ਲੜਕੀਆਂ ਦੀ ਸ਼ਾਦੀ ਦਾ ਟਾਈਮ ਆ ਜਾਂਦਾ ਹੈ. ਸੋ ਡਿਡ ਯੂ ਐਵਰ ਹੈਵ ਅ ਡ੍ਰੀਮ ਅਬਾਊਟ ਹੂ ਆਰ ਯੂ ਗੋਇੰਗ ਟੂ ਗੈਟ ਮੈਰਿਡ ਟੂ? ਬਿਕਾਜ਼ ਤੁਸੀਂ ਬੜੇ ਉਹ ਸੀਗੇ, ਤੁਸੀਂ ਕਦੀ ਜੀਵਨ ਸਾਥੀ ਬਾਰੇ ਸੋਚਿਆ ਸੀਗਾ? No, until my dad was I never thought of this. The day my dad passed away, you know, ਆਪਣੇ ਕਲਚਰ ਚ ਕਹਿੰਦੇ ਕੁੜੀ ਦਾ ਹੁਣ ਵਿਆਹ ਕਰ ਦਿੰਦਾ, ਉਹ ਮੈਂ ਪਹਿਲੀ ਵਾਰੀ ਉਦੋਂ ਸੁਣਿਆ ਸੀਗਾ. So there was no, I want to be career oriented. No, I didn't thought of it. Yes. So it was an arranged marriage you had? Yes. ਹਾਂਜੀ ਹਾਂਜੀ. ਸੋ ਫਿਰ ਇਹਨਾਂ ਦੇ ਲਈ ਲੜਕਾ ਲੱਭਿਆ ਗਿਆ ਤੇ ਹੈ ਨਾ, ਜਿਵੇਂ ਆਮ ਸਾਰਿਆਂ ਦੀ ਜ਼ਿੰਦਗੀ 'ਚ ਹੁੰਦਾ. ਸੋ ਸ਼ੀ ਫਾਊਂਡ ਹਰ ਲਾਈਫ ਪਾਰਟਨਰ. ਤੇ ਕਿੱਦਾਂ ਜਿਵੇਂ ਦਾ ਤੁਸੀਂ ਸੋਚਦੇ ਸੀ ਪੁਸ਼ਪਿੰਦਰ ਉੱਦਾਂ ਦੇ ਸੀ, ਡਿਫਰੈਂਟ ਸੀ? ਖੁਸ਼ ਹੋਏ ਤੁਸੀਂ ਮਿਲ ਕੇ ਪੁਸ਼ਪਿੰਦਰ ਨੂੰ? ਠੀਕ ਹੈ, ਯੂ ਡੋਂਟ ਹੈਵ ਟੂ ਬੀ ਓਨੈਸਟ. ਬਹੁਤ ਕੁਛ ਬਹੁਤ ਛੇਤੀ ਹੋ ਗਿਆ. On the other hand, I was preparing for some tests. My mom really wanted to get me married, so I said she said give me one chance. I said okay, take a chance, and I said that's fine. ਕਿਹੜਾ ਇੰਨੀ ਛੇਤੀ ਮਹੀਨੇ ਚ ਮੁੰਡਾ ਲੱਭਣਾ ਆ ਤੇ ਵੀ ਮੰਮੀ ਨੂੰ ਚਾਂਸ ਦੇ ਦੋ. ਪਰ ਮੰਮੀ find the ਮੁੰਡਾ in 2 days. Oh really? ਠੀਕ ਹੈ. ਮੰਮੀ ਨੇ ਮੈਨੂੰ ਲੱਗਦਾ ਲੱਭ ਕੇ ਮੁੰਡਾ ਤੁਹਾਡੇ ਨਾਲ ਗੱਲ ਕੀਤੀ ਹੋਣੀ ਹੈ, ਹਨਾ? I don't know, but she found it, and then 26th
5th of January we had introduction and the roka, and on 20th February we got married. So very fast. So it was so fast. ਤੇ ਫਿਰ ਤੁਸੀਂ ਕੈਨੇਡਾ ਆ ਗਏ? ਹਾਂਜੀ। ਕੈਨੇਡਾ ਆ ਕੇ ਤੁਹਾਨੂੰ ਕਿੱਦਾਂ ਦਾ ਲੱਗਿਆ? ਕੈਨੇਡਾ ਆ ਕੇ ਇਹ ਕੁਐਸਚਨ ਮੇਰੇ ਇੱਥੇ ਕਜ਼ਨ ਰਹਿੰਦਾ ਸੀਗਾ, ਉਹਨੇ ਮੈਨੂੰ ਜਦੋਂ ਮੈਂ ਲੈਂਡ ਹੋਈ ਉਹਨੇ ਮੈਨੂੰ ਪੁੱਛਿਆ ਦੀਦੀ ਕਿਹੋ ਜਿਹਾ ਲੱਗਾ? ਮੈਂ ਕਿ ਦਿੱਲੀ ਵਰਗਾ ਲੱਗਾ। ਦਿੱਲੀ ਜਿਹੜੇ ਲੋਕ ਚੰਡੀਗੜ੍ਹ ਰਹਿ ਕੇ ਆਉਂਦੇ ਨੇ ਜਾਂ ਚੰਡੀਗੜ੍ਹ ਪੜੇ ਹੁੰਦੇ ਨੇ ਉਹਨਾਂ ਨੂੰ ਐਂ ਹੀ ਲੱਗਦਾ ਕਿ ਜਿਵੇਂ ਚੰਡੀਗੜ੍ਹ ਆ ਗਏ। ਹਾਂਜੀ, ਅਦਰਵਾਈਜ਼ ਸੌਰੀ, ਚੰਡੀਗੜ੍ਹ ਇਜ਼ ਵੈਰੀ ਮੋਰ ਬਿਊਟੀਫੁਲ। ਹਾਂਜੀ ਬਿਲਕੁਲ। ਹਾਂਜੀ, ਉੱਥੇ ਬਹੁਤ ਫਲਾਵਰਸ ਐਂਡ ਵੈਜੀਟੇਸ਼ਨ ਸੀ। ਮੈਂ ਵਿੰਟਰ 'ਚ ਆਈ ਸੀ ਇੱਥੇ ਦਸੰਬਰ 'ਚ, ਸੋ ਮੈਨੂੰ 에ਅਰਪੋਰਟ ਏਰੀਆ ਤੇ ਦਿੱਲੀ ਵਰਗਾ ਲੱਗਾ ਕਿ ਕਿਉਂਕਿ ਆਪਾਂ ਫਲਾਈਓਵਰਸ ਤੋਂ ਘਰੇ ਆ ਗਏ। ਤੇ ਪਰ ਬਾਅਦ ਵਿੱਚ ਮੈਨੂੰ ਇੰਝ ਦਾ ਕੋਈ ਕਲਚਰਲ ਸ਼ੌਕ ਨਹੀਂ ਹੋਇਆ। from the day one I'm working, the first day। ਦੇਖੋ ਜੀ ਇਹ ਬੜੀ ਮੈਨੂੰ ਇਹਨਾਂ ਦੀ ਇੰਟਰਸਟਿੰਗ ਗੱਲ ਲੱਗੀ ਕਿ she has been working since day one। ਕੱਲ ਉਤਰੇ ਤੇ ਅੱਜ ਕੰਮ, ਉਹਦੇ ਬਾਰੇ ਜ਼ਰੂਰ ਦੱਸੋ। ਹਾਂਜੀ ਹਾਂਜੀ, ਅਸੀਂ ਰਾਤੀ ਮੇਰੀ 에ਅਰ ਇੰਡੀਆ ਫਲਾਈਟ ਆਉਂਦੀ ਹੁੰਦੀ ਸੀ ਉਦੋਂ ਅਰਾਊਂਡ 8 o'clock, ਤੇ ਉਹਦੇ ਤੇ ਮੈਂ ਆਈ ਸੀ ਅੰਮ੍ਰਿਤਸਰ ਤੋਂ। ਅਗਲੇ ਦਿਨ ਅਸੀਂ ਦਰਬਾਰ ਸਾਹਿਬ ਗਏ ਮਾਲਟਨ, ਤੇ ਫਿਰ ਉਸ ਤੋਂ ਬਾਅਦ ਸਿਨ ਕਾਰਡ ਅਪਲਾਈ ਕਰਨਾ ਸੀ, ਉੱਥੇ ਗਏ। ਉੱਥੇ ਲੱਗ ਗਈ ਟਿਮ ਹਾਰਟਨ ਸੀ। ਪੁਸ਼ਪਿੰਦਰ ਕਹਿੰਦੇ they are hiring, you want to go apply? I mean go check। I went and they hired me right away, and he said like who you are with? The manager। I said I'm with my husband। He said tell your husband go home and come after 4 hours to pick you up। We'll give you some training। So nickel, dimes, loony, toony, I have no idea। I just landed and they were teaching me। ਅੱਧਾ ਉੱਤੋਂ ਹੀ ਜਾ ਰਿਹਾ ਸੀਗਾ ਤੇ ਕਾਫੀ ਬਣਾਉਣੀ ਮੈਂ ਸਿੱਖ ਲਈ। When I came home, ਜਿਹੜੀ ਟ੍ਰੇਨਿੰਗ ਮੈਨੂੰ ਦਿੰਦੀ ਸੀ ਮੇਰੀ co-worker, she gave me few this pennies and all those things। I came home and I said this is my tip। And I said what is this, how much is this? And Pushpinder said, he counted and he said it's 99 cents। ਹਾਲੇ ਮੈਂ ਤੈਨੂੰ ਇੱਕ ਆਪਣੀ ਹੋਰ ਪੈਨੀ ਦੇਣਾ, ਤੇਰਾ ਡਾਲਰ ਬਣ ਗਿਆ। ਸੋ ਇਹਨਾਂ ਦੀ ਪਹਿਲੀ ਜ਼ਿੰਦਗੀ ਦੀ ਕਮਾਈ ਸੀਗੀ, ਮਤਲਬ ਜਿਹੜੀ ਹੱਥਾਂ ਵਿੱਚ ਆਈ 99 cent, and Pushpinder matched it with 1 cent and made it $1, है ना? Yes। And with that $1 I call my friends, I buy the calling card। Oh really? Yes। So very well invested, है ना? Friends ਨਾਲ ਗੱਲ ਕੀਤੀ ਤੇ ਫਿਰ ਠੀਕ ਹੈ, ਫਿਰ ਤੁਸੀਂ then you never looked back, है ना? ਕਿਉਂਕਿ ਤੁਸੀਂ ਆਉਂਦਿਆਂ ਸਾਰੀ ਪੈਰਾਂ ਤੇ ਖੜੇ ਹੋ ਗਏ, ਹੈ ਨਾ? ਇੱਥੇ ਆ ਕੇ ਕਈ ਵਾਰੀ ਲੜਕੀਆਂ ਨੂੰ ਬੜੀ ਉਹ ਹੁੰਦਾ ਕਿ they want ਕਿ ਵੀ ਮੈਨੂੰ ਕੋਈ ਲੈ ਕੇ ਜਾਏ ਜਾਂ ਮੇਰੇ ਨਾਲ ਚੱਲੇ ਜਾਂ ਮੇਰੇ ਹਿੱਸੇ ਦੇ ਕੁਐਸਚਨ ਉਹ ਪੁੱਛੇ, ਪਰ ਤੁਸੀਂ ਕਦੀ ਵੀ ਕਿਸੇ ਵੱਲ ਨਹੀਂ ਦੇਖਿਆ, ਹੈ ਨਾ? ਸੋ ਯੂ ਡਿਡ ਐਵਰੀਥਿੰਗ ਯੋਰਸੈਲਫ। ਯੈਸ। ਠੀਕ ਹੈ, ਤੇ ਫਿਰ ਤੁਸੀਂ ਉਸ ਤੋਂ ਬਾਅਦ ਬੱਚੇ ਛੇਤੀ ਹੋ ਗਏ ਤੁਹਾਡੇ ਬੱਚੇ? After 2 years। 2 years you had your daughter। Yes। ਸ਼ਬਦਲੀਨ। ਸੋ ਪਰ ਤੁਸੀਂ ਦੱਸ ਰਹੇ ਸੀ ਕਿ ਤੁਸੀਂ ਕਮਿਊਨਿਟੀ ਦੀ, ਜਿਹੜੀ ਮੈਨੂੰ ਇਹਨਾਂ ਦੀ ਬਹੁਤ ਅੱਛੀ ਗੱਲ ਲੱਗੀ ਕਿ ਇਹਨਾਂ ਨੇ ਜਦੋਂ ਨਵੇਂ ਇਮੀਗ੍ਰੈਂਟ ਆਪ ਆਏ, ਆਪ ਤੱਕ ਕੋਈ ਸਟਰਗਲ ਨਹੀਂ ਕੀਤੀ ਬਿਕੋਜ਼ ਹਸਬੈਂਡ ਵਾਜ਼ ਹੇਅਰ, ਸ਼ੀ ਵਾਜ਼ ਫਰੋਮ ਚੰਡੀਗੜ੍ਹ, ਇਹਨਾਂ ਦਾ ਕੋਈ ਕਲਚਰ ਡਿਫਰੈਂਸ ਨਹੀਂ ਸੀ ਇੰਨਾ ਲੱਗਿਆ। ਪਰ ਜਦੋਂ ਇਹਨਾਂ ਨੇ ਦੇਖਿਆ ਕਿ ਹੋਰ ਜਿਹੜੇ ਲੋਕ ਨਵੇਂ ਆਉਂਦੇ ਨੇ ਉਹਨਾਂ ਨੂੰ ਕਲਚਰ ਡਿਫਰੈਂਸ ਕਰਕੇ ਜਾਂ ਲੈਂਗੁਏਜ ਬੈਰੀਅਰ ਕਰਕੇ ਪ੍ਰੋਬਲਮਸ ਆਉਂਦੀਆਂ ਨੇ, ਇਹਨਾਂ ਨੇ ਕਿੰਨੀਆਂ ਹੀ ਫੈਮਲੀਜ਼ ਨੂੰ ਹੈਲਪ ਕੀਤਾ। ਸੋ ਉਹਨਾਂ ਨੂੰ ਤੁਸੀਂ ਦੱਸੋ ਹੁਣ ਕਿ ਤੁਸੀਂ ਕਿੱਦਾਂ ਉਹਨਾਂ ਨੂੰ ਹੈਲਪ ਕਰਦੇ ਹੁੰਦੇ ਸੀਗੇ? ਜਿਵੇਂ ਜਦੋਂ ਹੈਲਥ ਕਾਰਡ ਲਈ ਅਪਲਾਈ ਕਰਨਾ ਸੀਗਾ ਮੈਂ ਖੁਦ, ਤੇ ਪੁਸ਼ਪਿੰਦਰ ਸੈਡ ਟੇਕ ਅ ਬੱਸ ਟੂ ਸਕੁਆਇਰ 1 ਐਂਡ ਅਪਲਾਈ ਕਰਿਆ। ਆਈ ਸੈਡ ਮੈਂ because although in 2005 ਇੰਨਾ ਜ਼ਿਆਦਾ ਡੇਟਾ ਜਾਂ ਸੈਲ ਫੋਨਸ was not so popular, so ਮੈਂ ਚਲੇਗੀ, ਮੈਂ ਕਰ ਆਈ ਬਿਕਾਜ਼ ਉਹ ਇੱਕ ਨਾਲ ਟੈਗ ਲੱਗਾ ਸੀ ਨਾ ਵੀ ਤੁਸੀਂ ਤੇ ਚੰਡੀਗੜ੍ਹ ਦੇ ਜੇ ਤੁਹਾਨੂੰ ਤੇ ਆਉਂਦਾ ਸਭ ਕੁਝ, ਯੂ ਆਰ ਸੋ ਕੌਨਫੀਡੈਂਟ। ਸੋ ਫਿਰ ਉਹ ਆਈ ਟੇਕ ਦੋਜ਼ ਚੈਲੰਜਸ ਵੀ ਓਕੇ, I mean that's a pride and I'm proud of who I am। ਤੇ ਕੋਈ ਗੱਲ ਨਹੀਂ ਆਪਾਂ ਚਲੇ ਜਾਂਦੇ ਆ, ਤੇ ਮੈਂ ਘਰ ਆਈ। ਫਿਰ ਆਫਟਰ
in February, my husband's friends came over, he and his wife. They were new immigrants. ਤੇ ਜਦੋਂ ਉਹਨਾਂ ਦਾ ਅਪਲਾਈ ਕਰਨਾ ਸੀ health card, they were with us, they were living with us. ਤੇ ਪੁਸ਼ਪਿੰਦਰ said ਉਹ ਛੁੱਟੀ ਕਰਨਗੇ। ਮੈਂ ਕਿਹਾ ਕਿਉਂ? ਕਹਿੰਦੇ ਉਹ ਚੰਡੀਗੜ੍ਹ ਦੇ ਨਹੀਂ ਆ। and I said ਕੋਈ ਗੱਲ ਨਹੀਂ, ਵੀ ਤੁਸੀਂ ਛੁੱਟੀ ਨਾ ਕਰੋ, ਮੈਂ ਲੈ ਜਾਊਂਗੀ। so that was my first time ਵੀ ਫਿਰ ਉਸ ਤੋਂ ਬਾਅਦ ਇਹ ਸਿਲਸਿਲਾ ਚੱਲਦਾ ਰਿਹਾ। ਕਿਸੇ ਨੇ ਵੀ ਅੰਮ੍ਰਿਤਸਰ ਜਾਂ ਚੰਡੀਗੜ੍ਹ ਤੋਂ ਹੁਣ ਵੀ ਅੱਜ ਵੀ ਆਉਣਾ ਹੋਵੇ ਜਾਂ ਉਹ ਕੋਈ ਉਹਨਾਂ ਨੂੰ ਜਿਹਨੂੰ ਕੋਈ ਨਹੀਂ ਜਾਣਦਾ and then people said we know Komal and my friends or people I know, they always say like ਮੈਨੂੰ ਉਹ ਮੇਰੇ ਲਈ ਨੇ kind words use ਕਰਦੇ ਨਾ, she will help you। like ਲੋਕਾਂ ਦਾ ਇੰਨਾ ਵਿਸ਼ਵਾਸ ਆ ਮੇਰੇ friends ਦਾ ਜਾਂ ਜਿਹੜੇ ਮੇਰੇ ਜਾਣਨ ਵਾਲੇ ਆ ਕਿ go to Komal and she'll take care। yes, it will be done, we'll call her। so ਉਦੋਂ ਤੋਂ ਫਿਰ ਆਉਂਦੇ ਰਹੇ ਲੋਕ ਜਾਂ ਫਿਰ ਮੈਂ ਉਹਨਾਂ ਦੀ ਲਾਈਕ ਸੈਟਲਮੈਂਟ ਬੇਸਮੈਂਟ ਲੱਭ ਕੇ ਦੇਣੀ, ਉਹਨਾਂ ਨੇ ਰਹਿਣ ਆਇਆ, ਉਹਨਾਂ ਨੇ ਕੈਨੇਡਾ 'ਚ ਜੌਬ ਕਿਵੇਂ ਲੱਭਣੀ ਆ। so you know, a kind of a short crash course I give them in 2-3 days and now they are, if I look back to look at those people, they are very well settled professionals here ਕਿਉਂਕਿ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਸ਼ੁਰੂ 'ਚ ਹੀ ਤੁਹਾਡੇ ਵਰਗੇ ਐਗਰੈਸਿਵ ਜਾਂ ਹੋਣਹਾਰ ਇੱਕ ਬੰਦੇ ਦੇ ਨਾਲ ਉਹਨਾਂ ਦਾ ਪਾਲਾ ਪੈ ਗਿਆ। ਇਹਨਾਂ ਨੇ ਇਹਨਾਂ ਨੂੰ ਰਾਈਟ ਡਾਇਰੈਕਸ਼ਨ ਦੇ ਵਿੱਚ ਤੋਰਤਾ। ਕਈ ਵਾਰੀ ਹੁੰਦਾ ਕਿ ਦੋ ਰਸਤੇ ਹੁੰਦੇ ਨੇ, ਤੁਹਾਨੂੰ ਪਤਾ ਨਹੀਂ ਲੱਗਦਾ ਮੈਂ ਖੱਬੇ ਜਾਵਾਂ ਕਿ ਸੱਜੇ ਜਾਵਾਂ। ਸੋ ਯੂ ਵਰ ਦੇਅਰ ਟੂ ਟੈਲ them ਵੀ ਸੱਜੇ ਜਾਓ, ਆਹ ਰਸਤਾ ਠੀਕ ਹੈਗਾ, ਹੈ ਨਾ। ਸੋ ਇਹ ਬਹੁਤ ਜ਼ਰੂਰੀ ਹੁੰਦਾ ਹੈ। ਤੇ ਮੈਂ ਵੀ ਜਿਹੜੇ ਦਰਸ਼ਕ ਸੁਣ ਰਹੇ ਨੇ, ਜ਼ਰੂਰ ਜਦੋਂ ਕੋਈ ਨਵਾਂ ਆਉਂਦਾ ਉਹਨਾਂ ਨੂੰ ਥੋੜ੍ਹੀ ਬਹੁਤੀ, ਜਦੋਂ ਆਪਾਂ ਉਹਨਾਂ ਨੂੰ ਥੋੜ੍ਹਾ ਜਿਹਾ ਪੁਸ਼ ਕਰ ਦਿੰਦੇ ਹਾਂ ਫਿਰ ਉਹ ਆਪਣੀ ਪੈਰਾਂ 'ਤੇ ਹੋ ਜਾਂਦੇ ਨੇ ਐਂਡ ਦੇ ਆਲਵੇਜ਼ ਰਿਮੈਂਬਰ ਦੈਟ, ਹੈ ਨਾ। ਸੋ ਤੁਸੀਂ ਇੱਕ ਹੋਰ ਦੱਸ ਰਹੇ ਸੀ ਕਿ ਕਿਸੇ ਇੱਕ ਲੜਕੀ ਦੇ ਯੈਸ ਇੱਕ in 2014 ਹਾਂਜੀ ਮੇਰੇ ਸਾਨੂੰ ਇੱਕ ਫੋਨ ਆਇਆ, ਮੇਰੇ ਹਸਬੈਂਡ ਦੇ ਫਰੈਂਡ ਉਹਨਾਂ ਇੰਡੀਆ 'ਚ ਫਰੈਂਡ ਸੀਗੇ ਨੇਬਰਹੁੱਡ 'ਚ, ਉਹਨਾਂ ਦੇ ਫੁੱਫੜ ਜੀ ਸੀ ਉਹ, ਲਾਈਕ ਵੀ ਡੋਂਟ ਨੋ ਦੈਮ ਲਾਈਕ ਫਰਸਟ। ਸੋ ਉਹਨਾਂ ਦੇ ਸਨ ਦੀ ਇੱਥੇ ਨਿਊ ਇਮੀਗ੍ਰੈਂਟ ਸੀ, ਸੋ ਉਹ ਆਇਆ ਆਪਣਾ ਡਰਾਈਵਿੰਗ ਲਾਇਸੈਂਸ ਲੈਣ ਗਿਆ ਤੇ ਉਹਦੀ ਡੈਥ ਹੋ ਗਈ ਉੱਥੇ। ਸੋ ਦ ਵਾਈਫ ਵਾਜ਼ ਪ੍ਰੈਗਨੈਂਟ and she was new and she don't know anything. She was dependent on him and they are very brand new to Canada. So we bring wife to our home and we arrange for the funeral and accident to baad jiਵੇਂ ਵੀ ਸਾਰੇ arrangements ਪੁਸ਼ਪਿੰਦਰ ਨੇ ਕੀਤੇ and then we ਜਿਹੜੀ ਵਾਈਫ ਸੀਗੀ ਉਹਨਾਂ ਦੀ ਫੈਮਿਲੀ ਨੂੰ ਇੰਡੀਆ ਤੋਂ ਵੀਜ਼ਾ ਅਰੇਂਜ ਕੀਤਾ, ਇੱਥੇ ਬੁਲਾਇਆ and ਦੋਨਾਂ ਦੇ parents ਆਏ for funeral, so everybody lived with us for 2 months. Then their baby was born and then grandparents left. So that was a time ਉਦੋਂ ਬਹੁਤ ਕੁਝ ਸਿੱਖਿਆ ਮੈਂ ਤੇ ਉਹ ਫੈਮਿਲੀ ਮੈਨੂੰ ਬਹੁਤ ਪਿਆਰ ਕਰਦੀ ਆ। ਹਾਂਜੀ, ਬਿਕੋਜ਼ ਇਹਨਾਂ ਨੇ ਇੱਕ ਕਿ ਕੋਈ ਵੀ ਆਪਾਂ ਨਾ 2-4 ਦਿਨ ਜਾਂ 2 ਹਫ਼ਤੇ ਤੋਂ ਬਾਅਦ ਆਪਾਂ ਨੂੰ ਲੱਗਦਾ ਹੈ ਕਿ ਨਹੀਂ ਸਾਡੀ ਪ੍ਰਾਈਵੇਸੀ ਇਨਵੇਡ ਹੋ ਰਹੀ ਹੈ, ਬੱਚਿਆਂ ਦੀ, ਹਸਬੈਂਡ ਦੀ, ਹੈ ਨਾ, ਤੇ ਆਪਾਂ ਰੱਖਣਾ ਨਹੀਂ ਚਾਹੁੰਦੇ। ਤੇ ਹੈਟਸ ਆਫ ਟੂ ਯੂ ਕਿ ਤੁਸੀਂ ਉਹਨਾਂ ਨੂੰ 2 ਮਹੀਨੇ ਰੱਖਿਆ, ਪਰ ਉਹ ਟਾਈਮ ਉਹਨਾਂ ਦੀ ਲਾਈਫ 'ਚ ਕਿੰਨਾ ਕ੍ਰੂਸ਼ੀਅਲ ਸੀਗਾ ਕਿ ਜੇ ਉਦੋਂ ਉਹਨਾਂ ਨੂੰ ਇਕੱਲੇ ਛੱਡ ਦਿੱਤਾ ਜਾਂਦਾ ਸ਼ਾਇਦ ਉਹ ਕਿਤੇ ਮਤਲਬ ਅੱਜ ਜਿੱਥੇ ਨੇ ਨਾ ਪਹੁੰਚ ਸਕਦੇ। ਸੋ ਤੁਸੀਂ ਬਹੁਤ ਹੀ ਆਪਣਾ ਵੈਲਿਊਏਬਲ ਟਾਈਮ ਉਹਨਾਂ ਨੂੰ ਦਿੱਤਾ। ਕਹਿੰਦੇ ਤੁਸੀਂ ਕਿਸੇ ਨੂੰ ਪੈਸਾ ਦਿੰਦੇ ਹੋ ਨਾ ਵਾਪਸ ਮੰਗ ਸਕਦੇ ਹੋ, ਤੁਹਾਨੂੰ ਦੇ ਸਕਦਾ ਹੈ, ਪਰ ਜਿਹਨੂੰ ਤੁਸੀਂ ਵਕਤ ਦਿੰਦੇ ਹੋ ਜਾਂ ਟਾਈਮ ਦਿੰਦੇ ਹੋ ਉਹਨੂੰ ਅਗਲਾ ਮੋੜ ਨਹੀਂ ਸਕਦਾ, ਬਟ ਆਲਵੇਜ਼ ਤੁਹਾਡਾ ਕਰਜ਼ਾਈ ਰਹਿੰਦਾ ਹੈ ਜ਼ਿੰਦਗੀ ਦੇ ਵਿੱਚ। ਤੁਸੀਂ ਬਹੁਤ ਕਰਜ਼ਾਈ, ਇਹ ਸੇਵਾ ਸਾਨੂੰ ਮਿਲੀ, ਸਾਡੇ ਹਿੱਸੇ ਆਈ। ਤੇ ਜਿਵੇਂ ਮੈਂ ਤੇ ਮੇਰੇ ਹਸਬੈਂਡ ਐਵੇਂ ਕੁਛ ਨਾ ਕੁਛ ਕਰਦੇ ਰਹਿੰਦੇ ਆ, ਸਾਡਾ ਕੋਈ ਇੰਸਟੀਟਿਊਟ ਨਹੀਂ ਆ, ਕੋਈ ਚੈਰੀਟੇਬਲ NGO ਨਹੀਂ ਆ। ਸੋ ਕਿਉਂਕਿ ਉਹਦੇ ਵਿੱਚ ਜਾ ਕੇ ਚੰਗੇ ਇਨਸਾਨੀਅਤ ਦੇ ਨਾਤੇ ਸਾਰਾ ਕੁਝ ਕਰਦੇ ਹਾਂ। ਸੋ ਕਿ ਇਹ ਜਿਹੜੀਆਂ ਵੈਲਿਊਜ਼ ਆ, ਸਿੱਖ ਵੈਲਿਊਜ਼ ਆ ਜਾਂ ਆਪਣੀਆਂ ਕਲਚਰਲ ਵੈਲਿਊਜ਼ ਆ, ਹਿਊਮੈਨਿਟੀ ਦੀਆਂ ਵੈਲਿਊਜ਼ ਆ, ਇਹ ਅਲਾਈਵ ਰਹਿਣ, ਅਸੀਂ ਵੀ ਚਿੜੀ ਜਿੰਨਾ ਆਪਣਾ ਯੋਗਦਾਨ ਪਾਈ ਜਾਈਏ।
ਸੋ ਹਾਂਜੀ, ਸੋ ਜਿੱਥੇ ਕਿ ਇਹ ਐਡੇ ਸੋਹਣੇ ਤਰੀਕੇ ਦੇ ਨਾਲ ਆਪਣੀ ਕਮਿਊਨਿਟੀ ਦੀ ਸੇਵਾ ਕਰਦੇ ਰਹੇ, ਇਹਨਾਂ ਦੇ ਨਾਲ ਦੀ ਨਾਲ ਪਹਿਲਾਂ ਬੇਟੀ ਪੈਦਾ ਹੋਈ ਤੇ ਫਿਰ ਬੇਟਾ ਪੈਦਾ ਹੋਇਆ। ਸੋ ਉਹਨਾਂ ਬਾਰੇ ਜ਼ਰੂਰ ਦੱਸੋ। ਮੈਨੂੰ ਬਹੁਤ ਹੀ ਖੁਸ਼ੀ ਹੋਈ ਕਿ ਜਿਵੇਂ ਇਹ ਉਹਨਾਂ ਦੀ ਟੇਕ ਕੇਅਰ ਕਰਦੇ ਨੇ, ਵੈਰੀ ਡਿਫਰੈਂਟ। ਅੱਜ ਕੱਲ੍ਹ ਨਹੀਂ ਅਸੀਂ ਦੇਖਦੇ ਕਿ ਉੱਦਾਂ ਤੁਸੀਂ ਟੇਕ ਕੇਅਰ ਕਰਦੇ ਹੋ। ਸੋ ਮੈਂ ਜ਼ਰੂਰ ਦੱਸਣਾ ਚਾਹਾਂਗੀ ਕਿ ਤੁਹਾਡੇ ਬੱਚਿਆਂ ਦੇ ਨਾਲ ਤੁਸੀਂ ਉਹਨਾਂ ਦੀ ਅਪਬ੍ਰਿੰਗਿੰਗ ਕਿਵੇਂ ਕਰਦੇ ਹੋ। ਮੈਂ ਆਪਣੇ ਬੱਚਿਆਂ ਦੀ ਅਪਬ੍ਰਿੰਗਿੰਗ ਤੋਂ ਪਹਿਲਾਂ ਇਹ ਦੱਸਣਾ ਚਾਹੁੰਦੀ ਕਿ ਉਹ ਮੈਨੂੰ ਮੈਂ ਕਰਦੀ ਕਿਉਂ ਆ। ਹਾਂਜੀ, ਉਹ ਇਸ ਲਈ, ਇੱਕ ਤੇ ਮੈਨੂੰ ਬਹੁਤ ਵਧੀਆ ਪਰਵਰਿਸ਼ ਮਿਲੀ ਮੇਰੇ ਫਾਦਰ ਤੋਂ, ਤੇ ਮੇਰੀ ਮਦਰ ਦਾ ਵੀ ਯੋਗਦਾਨ ਆ ਕਾਫੀ ਉਹਦੇ ਵਿੱਚ, ਕਿਉਂਕਿ ਜਿਹੜੀਆਂ ਗੱਲਾਂ ਅਸੀਂ ਜਿਹੜੀਆਂ ਗੱਲਾਂ ਉਦੋਂ ਨਹੀਂ ਸੀ ਸਮਝ ਸਕਦੇ, ਉਹ ਹੁਣ ਸਮਝ ਆਉਂਦੀਆਂ ਕਾਫੀ। ਪਰ ਇੱਕ ਮੇਰਾ ਬ੍ਰਦਰ, ਮਾਈ ਐਲਡਰ ਬ੍ਰਦਰ ਵਾਜ਼ ਵੈਰੀ ਬ੍ਰਾਈਟ। ਉਹ ਹੀ ਵਾਜ਼ ਇਨ ਸਪੋਰਟਸ, ਤੇ ਪਰ ਉਹਨੂੰ ਨਾ ਟੀਚਰ ਸਮਝ ਸਕੇ, ਤੇ ਕਈ ਵਾਰੀ ਮੈਂ ਡਾਊਟ ਕਰਦੀ ਕਿ ਮੇਰੀ ਮਾਮ ਵੀ ਉਹਨੂੰ ਨਹੀਂ ਸਮਝ ਸਕੇ, ਕਿਉਂਕਿ ਹੀ ਇਜ਼ ਵੈਰੀ ਐਨਰਜੈਟਿਕ। ਜੇ ਅੱਜ ਦੀਆਂ ਟਰਮਸ ਆ, ਅੱਜ ਆਪਣੇ ਕੋਲ ਵੋਕੈਬੂਲਰੀ ਹੈਗੀ ਆ ਐਕਸੈਪਸ਼ਨਲੀ ਗੁੱਡ। ਉਹ IQ ਲੈਵਲ ਬਹੁਤ ਹਾਈ, ਜਾਂ ਉਹ 'ਚ ਐਨਰਜੀ, ਜਾਂ ਉਹਦੀ ਵਿਜ਼ਨ ਮੇਰੇ ਤੋਂ ਵੀ ਵੈਰੀ ਬ੍ਰੌਡਰ ਐਂਡ ਵੈਰੀ ਗੁੱਡ। ਪਰ ਉਹ ਸਾਰਾ ਕੁਛ ਇਸ ਤਰ੍ਹਾਂ ਸਿਮਟ ਕੇ ਨਹੀਂ ਹੋਇਆ, ਕਿਉਂਕਿ ਉਦੋਂ ਇੰਨਾ ਮੈਨੂੰ ਲੱਗਦਾ ਕਿ ਟੀਚਰਸ ਦਾ ਸਕੂਲ ਦਾ ਜ਼ਿਆਦਾ ਰੋਲ ਸੀਗਾ ਉਹਦੇ ਵਿੱਚ, ਤੇ ਮੈਂ ਨਹੀਂ ਸੀ ਚਾਹੁੰਦੀ ਕਿ ਉਹ ਸਾਰਾ ਕੁਛ ਮੇਰੇ ਬੱਚਿਆਂ ਨਾਲ ਕਿਤੇ ਹੋ ਜਾਵੇ। ਬਿਕਾਜ਼ ਇਵੇਂ ਮੋਸਟਲੀ ਪੇਰੈਂਟਸ ਕੀ ਕਰਦੇ ਆ, ਉਹ ਸਕੂਲ ਦੇ ਹਵਾਲੇ ਹੀ ਕਰ ਦਿੰਦੇ ਬੱਚੇ ਨੂੰ ਕਿ ਸਕੂਲੋਂ ਪੜ੍ਹ ਆਇਆ, ਸਕੂਲੇ ਕੀ ਹੋ ਰਿਹਾ ਆ, ਜਾਂ ਤੁਹਾਡੇ ਬੱਚੇ ਦੇ ਨਾਲ ਕਿਹੋ ਜਿਹਾ ਵਿਵਹਾਰ ਹੋ ਰਿਹਾ ਵਾ, ਜਾਂ ਉਹ ਆਪਣੀ ਗੱਲ ਕਹਿ ਪਾ ਰਿਹਾ ਆ, ਜੋ ਕਹਿ ਪਾ ਰਿਹਾ ਤੇ ਉਹਨੂੰ ਉਹ ਸਮਝ ਆ ਰਿਹਾ ਦੂਸਰਿਆਂ ਨੂੰ ਕਿ what the person try to convey। ਸੋ ਉਹ ਸਾਰਾ ਕੁਛ ਦੇ ਨਾਲ, ਤੇ ਇੱਕ ਮੇਰਾ ਵੀ ਐਕਸਪੀਰੀਅੰਸ ਸੀ ਕਿ ਅਸੀਂ ਦੋਵੇਂ ਭੈਣ ਭਰਾ, ਲਾਈਕ ਜਿਵੇਂ ਸਾਨੂੰ ਡਿਫਰੈਂਟ ਟੈਗ ਮਿਲਦਾ ਸੀ ਕਿ ਅਸੀਂ ਡਿਫਰੈਂਟ ਹੀ ਆ ਦੋਵੇਂ ਜਣੇ, ਤੇ ਮੈਨੂੰ ਲੱਗਦਾ ਸੀ ਮੇਰੇ ਬੱਚਿਆਂ ਨਾਲ ਨਾ ਐਵੇਂ ਹੋਏ। ਇੱਕ ਪਲੱਸ, ਜਿਵੇਂ ਮੇਰੇ ਫਾਦਰ ਨੇ ਮੈਨੂੰ ਰੇਜ਼ ਕੀਤਾ, ਤੇ ਮੈਂ ਵੀ ਉਵੇਂ ਹੀ ਰੇਜ਼ ਕਰਾਂ ਆਪਣੇ ਬੱਚਿਆਂ ਨੂੰ। ਦੇ ਸ਼ੁੱਡ ਥਿੰਕ ਆਊਟਸਾਈਡ ਦਾ ਬਾਕਸ। ਉਹ ਸਾਰਾ ਮਤਲਬ ਮੇਰੇ ਬ੍ਰਦਰ ਦਾ ਚਾਈਲਡਹੁੱਡ ਤੇ ਸਾਡੀ ਜਿਵੇਂ ਪੈਰੈਂਟਿੰਗ ਕੀਤੀ, ਉਹ ਤੋਂ ਮੈਂ ਨਹੀਂ ਸੀ ਚਾਹੁੰਦੀ ਕਿ ਮੈਂ ਕੋਈ ਮਿਸਟੇਕ ਕਰਾਂ। ਤੇ ਸੋ ਤੁਸੀਂ ਜਦੋਂ ਆਪਾਂ ਕੱਲ ਗੱਲ ਕਰ ਰਹੇ ਸੀ, ਤੁਸੀਂ ਆਪਣੇ ਬੇਟੇ ਬਾਰੇ ਇੱਕ ਬੜਾ ਹੀ ਇੰਟਰਸਟਿੰਗ ਫੈਕਟ ਦੱਸਿਆ ਸੀਗਾ, ਵਿਚ ਰੀਅਲੀ ਟੱਚਡ ਮਾਈ ਹਾਰਟ, ਐਂਡ ਆਈ ਵੁੱਡ ਲਾਈਕ ਕਿ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸ਼ੇਅਰ ਕਰੋ। ਯੈਸ, ਉਹ ਹੀ ਕਿ ਮੈਂ ਬੱਚਿਆਂ ਦਾ ਨੂੰ ਨੈਗਲੈਕਟ ਨਹੀਂ ਸੀ ਕਰਨਾ ਚਾਹੁੰਦੀ। ਜੇ ਉਹਨਾਂ 'ਚ ਕੋਈ, ਜਿਵੇਂ ਮੇਰੇ ਬ੍ਰਦਰ ਨਾਲ ਰਿਲੇਟ ਕੀਤਾ, ਤੇ ਮੇਰੇ ਸਨ ਦੇ ਵਿੱਚ ਵੀ ਐਕਸਟਰਾ ਆਰਡੀਨਰੀ ਕੈਪੇਬਿਲਿਟੀਜ਼ ਸੀਗੀਆਂ ਜਿਹੜੀਆਂ ਮੈਂ ਨੋਟਿਸ ਕੀਤੀਆਂ ਐਜ਼ ਏ ਮਦਰ। ਮੈਂ ਨੈਗਲੈਕਟ ਨਹੀਂ ਕੀਤਾ ਉਹਨੂੰ, ਮੈਂ ਨਹੀਂ ਕਿਹਾ ਕਿ ਓਕੇ ਕਈ ਬੱਚੇ ਹੁੰਦੇ ਆ, ਮੈਂ ਉਹਨੂੰ ਬਹੁਤ ਵੈਲਿਊ ਕੀਤਾ। ਤੇ ਫਿਰ ਅਸੀਂ ਬੁੱਕਸ ਪੜ੍ਹਦੇ ਹਾਂ ਐਵਰੀ ਨਾਈਟ। ਅਸੀਂ ਉਹ ਦੇ ਬੋਥ ਵਰਕ ਇਨ ਕਮਿਊਨਿਟੀ, ਮੇਰਾ ਸਨ, ਮੇਰੀ ਡਾਟਰ। ਤੇ ਫਿਰ ਹੁਣ ਅਸੀਂ ਗ੍ਰੇਡ 3 ਦੇ ਵਿੱਚ ਨਾ ਸਕੂਲ 'ਚ IQ ਟੈਸਟਿੰਗ ਹੁੰਦੀ ਆ ਕੈਨੇਡਾ 'ਚ, ਤੇ ਮੈਂ ਬਹੁਤ ਵੇਟ ਕਰਦੀ ਸੀ ਕਿ ਇਹ ਗ੍ਰੇਡ 3 'ਚ ਜਾਵੇ ਤੇ ਫਿਰ ਇਹਦੀ ਹੋਵੇ, ਬਿਕਾਜ਼ ਐਜ਼ ਅ ਮਦਰ ਐਂਡ ਐਜ਼ ਅ ਫੈਮਿਲੀ ਵੀ ਕੈਨ ਸੀ ਥਿੰਗਸ। ਮੈਂ ਨਹੀਂ ਚਾਹੁੰਦੀ ਜਿਵੇਂ ਨਾ ਇੱਥੇ ਲੇਬਲ ਬਹੁਤ ਜਲਦੀ ਲੱਗ ਜਾਂਦਾ ਆ ਬੱਚਿਆਂ ਤੇ, ਇੰਡੀਆ 'ਚ ਵੀ, ਕਿ ਜਿਹੜਾ ਵੀ ਇੱਕ ਉਸ ਲਈ ਤੇ ਨਾ ਚੱਲੇ ਜਿੱਥੇ ਸਾਰੇ ਚੱਲ ਰਹੇ ਆ, ਜਿਹੜਾ ਉੱਤੋਂ ਜੰਪ ਕਰੇ ਜਾਂ ਇੱਧਰ ਉੱਧਰ ਜਾਵੇ, ਉੱਤੇ ਟੈਗ ਲੱਗ ਜਾਂਦਾ ਟਰਬਲਸਮ ਦਾ। ਤੇ ਪਰ ਮੈਂ ਚਾਹੁੰਦੀ ਸੀ ਮੇਰੇ ਬੇਟੇ ਦਾ ਮੈਂ ਚੈੱਕ ਕਰਾਵਾਂ IQ, ਪਰ ਸਕੂਲ 'ਚ ਕੋਵਿਡ ਕਰਕੇ ਔਨ ਐਂਡ ਆਫ ਹੋ ਰਿਹਾ ਸੀਗਾ। ਸੋ ਅਸੀਂ ਪ੍ਰਾਈਵੇਟ ਟੈਸਟਿੰਗ ਕਰਾਈ ਡਾਕਟਰ ਤੋਂ, ਐਂਡ ਹੀ ਗਾਟ 99.5 IQ। ਸੀ ਅਮੇਜ਼ਿੰਗ, ਬਿਕਾਜ਼ ਇੱਕ ਤਾਂ ਜੀਨਸ ਦਾ ਕੰਮ ਕਰਦਾ ਹੈ ਨਾ। ਸੋ ਇੱਕ ਤੁਹਾਡੀ ਜਿਹੜੀ ਅਪਬ੍ਰਿੰਗਿੰਗ ਸੀਗੀ, ਸੋ ਯੂ ਮਸਟ ਬੀ ਡੂਇੰਗ ਸੇਮ ਥਿੰਗਸ ਜਿਹੜੇ ਤੁਹਾਡੇ ਫਾਦਰ ਜਿਵੇਂ ਤੁਹਾਨੂੰ ਕਰਦੇ ਸੀਗੇ। ਸੋ ਦੇਖੋ ਇਹਨਾਂ ਦੇ ਬੇਟੇ ਦਾ IQ ਲੈਵਲ ਇਜ਼ ਐਟ 99.5%, ਤੇ ਆਈ ਐਮ ਸ਼ੋਰ ਵਿਦ ਯੋਰ taking care of him he will outshine
everybody है ना Thank in the you, future। yes। हाँ जी। ਤੇ ਇੱਕ ਗੱਲ ਮੈਨੂੰ ਇਹਨਾਂ ਦੀ ਹੋਰ ਬਹੁਤ ਚੰਗੀ ਲੱਗੀ, ਅੱਜ ਕੱਲ ਆਪਾਂ ਸੋਚਦੇ ਹਾਂ ਕਿ ਜਿਹੜੀ ਪੜ੍ਹਾਈ ਹੈਗੀ ਹੈ ਬੱਚੇ ਸਕੂਲ ਕਰਕੇ ਆ ਜਾਣ, ਆ ਕੇ ਆਪਾਂ ਟਿਊਸ਼ਨਾਂ ਵੱਲ ਤੋਰ ਦਿੰਦੇ ਆ ਬੱਚਿਆਂ ਨੂੰ, ਪਰ ਜਿਹੜਾ ਮਾਂ ਪਿਓ ਦਾ ਟਾਈਮ ਹੈਗਾ ਬੱਚਿਆਂ ਦੇ ਨਾਲ ਉਹ ਬਹੁਤ ਜ਼ਰੂਰੀ ਹੈਗਾ ਹੈ ਨਾ। ਸੋ ਉਹਦੇ ਬਾਰੇ ਤੁਸੀਂ ਦੱਸੋ। ਇੱਕ ਬੜੀ ਇੰਟਰਸਟਿੰਗ ਚੀਜ਼ ਤੁਸੀਂ ਕੱਲ ਦੱਸੀ ਸੀ ਕਿ ਤੁਸੀਂ ਕਿੱਦਾਂ ਮੇਨਟੇਨ ਕਰਦੇ ਹੋ, ਯੂ ਹੈਵ ਅ ਸਕੈਜੂਅਲ ਟੂ ਫੋਲੋ ਹੈ ਨਾ ਫॉर ਰੀਡਿੰਗ। Yes, we have a schedule to follow for reading. Reading books is very important. Before they were born, ਮੈਂ ਜਦੋਂ ਉਹਨਾਂ ਦੇ ਜਨਮ ਤੋਂ ਪਹਿਲਾਂ ਹੀ ਮੈਂ ਉਹਨਾਂ ਨੂੰ ਬੁੱਕਸ ਰੀਡ ਕਰਦੀ ਹਾਂ। ਤੇ 8:30 ਹਰ ਰਾਤ ਅਸੀਂ ਬੁੱਕ ਪੜ੍ਹਨੀ ਆ। ਜਦੋਂ ਤੋਂ ਉਹ ਜੰਮਿਆ, ਜਦੋਂ ਤੋਂ ਉਹ ਪੈਦਾ ਹੋਇਆ, ਇੱਕ ਵੀ ਦਿਨ ਇਹੋ ਜਿਹਾ ਨਹੀਂ ਜਿੱਦਣ ਉਹਨਾਂ ਬੁੱਕ ਨਹੀਂ ਪੜ੍ਹੀ। ਸੋ ਉਹਦੇ ਨਾਲ ਅਸੀਂ ਕਿਤੇ ਵੀ ਗਏ ਹੋਈਏ, ਅਸੀਂ ਮੈਂ ਪਾਰਟੀਜ਼ ਤੇ ਨਹੀਂ ਜਾਂਦੀ ਜ਼ਿਆਦਾ, ਕਿਉਂਕਿ ਉਹ ਸਾਡਾ ਜਿਹੜੇ ਸਕੈਜੂਅਲ ਨੇ ਰੈਗੂਲਰ ਸਕੈਜੂਅਲ ਉਹ ਹਰਟ ਹੁੰਦੇ ਨੇ ਤੇ ਉਹਦੇ ਨਾਲ ਕੰਸਿਸਟੈਂਸੀ ਨਹੀਂ ਆ। ਤੇ ਬੱਚੇ ਫਿਰ ਸਮਝਦੇ, ਉਹਨਾਂ ਨੂੰ ਇਹ ਮੈਸੇਜ ਮਿਲਦਾ ਆ ਕਿ ਜੇ ਇਹ ਆਪਣੇ ਕੰਫਰਟ ਦੇ ਨਾਲ ਤੋੜ ਮਰੋੜ ਸਕਦੇ ਆ ਜੇ ਸਕੈਜੂਅਲ, ਤੇ ਫਿਰ ਅਸੀਂ ਵੀ ਕਰ ਸਕਦੇ ਆ। ਸੋ ਵੀ ਆਰ ਕੰਸਿਸਟੈਂਟ ਔਨ ਦਿਸ। ਤੇ ਫਿਰ ਉਹਨਾਂ ਦਾ ਇੱਕ ਸੌਣ ਦਾ ਟਾਈਮ ਆ ਰਾਈਟ ਆਫਟਰ ਬੁੱਕ ਰੀਡਿੰਗ, ਤੇ ਉਹ ਕਿਤੇ ਵੀ ਹੋਣ book read karke they have to sleep. If sometimes we are outside and we are coming to home, ਤੇ ਉਹ ਆਪਣੀਆਂ ਬੁੱਕਸ ਨਾਲ ਹੀ ਲੈ ਕੇ ਜਾਂਦੇ ਆ। ਸੀ ਇਹ ਚੀਜ਼ ਮੈਨੂੰ ਬਹੁਤ ਹੀ ਟੱਚ ਕੀਤੀ, ਇਹ ਜਿਹੜੀ ਇਹਨਾਂ ਦੇ ਵਿੱਚ ਡਿਸਪਲਿਨ, ਕਈ ਚੀਜ਼ਾਂ, ਇੱਕ ਤਾਂ ਉਹਨਾਂ ਦੀ ਨੌਲੇਜ ਵੱਧ ਰਹੀ ਹੈ ਬੁੱਕਸ ਪੜ੍ਹਨ ਨਾਲ, ਉਹਨਾਂ ਦੀ ਹੈਬਿਟ ਹੈ, ਬਹੁਤ ਅੱਛੀ ਹੈਬਿਟ ਹੈ ਬੁੱਕ ਪੜ੍ਹਨੀ, ਨਾਲੇ ਉਹਨਾਂ ਦੀ ਲਾਈਫ ਦੇ ਵਿੱਚ ਇੱਕ ਡਿਸਪਲਿਨ, ਐਂਡ ਯੂ ਆਰ a role model of that discipline because you don't break that। so ਬੱਚੇ ਸੋਚਦੇ ਨਹੀਂ ਕਿ this is what it is ਹੈ ਨਾ। ਸੋ ਇੱਕ ਬਹੁਤ ਹੀ ਅੱਛੀ ਚੀਜ਼ ਹੈ, ਜ਼ਰੂਰ ਬੱਚਿਆਂ ਦੇ ਨਾਲ, ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਬੁੱਕਸ ਨਹੀਂ ਸੀ ਹੁੰਦੀਆਂ, ਦਾਦੀਆਂ ਨਾਨੀਆਂ ਕਹਾਣੀਆਂ ਸੁਣਾਉਂਦੀਆਂ ਹੁੰਦੀਆਂ ਸੀ। ਅਸੀਂ ਰਿਡਲਸ ਵੀ ਕਰਦੇ ਆ। ਸਾਡੇ ਸੌਣ ਦੇ 2 ਘੰਟੇ ਚਾਹੀਦੇ ਨੇ ਮੇਰੇ ਬੱਚਿਆਂ ਨੂੰ। ਠੀਕ ਹੈ। ਅਸੀਂ ਬਾਤਾਂ ਵੀ ਪਾਉਂਦੇ ਆ ਤੇ 5-6 ਨਵੀਆਂ ਮੈਨੂੰ ਕਈ ਵਾਰੀ ਤੇ ਮੈਂ ਆਪੇ ਹੀ ਬਣਾਉਣੀਆਂ ਪੈਂਦੀਆਂ ਕਿਉਂਕਿ ਇੰਟਰਨੈਟ ਤੇ ਵੀ ਖਤਮ ਹੋ ਜਾਂਦੀਆਂ ਨੇ। ਸੋ ਇਹਦੇ ਨਾਲ ਇੱਕ ਆਪਣੀ ਇੰਗੇਜਮੈਂਟ ਵੀ ਹੁੰਦੀ ਆ ਤੇ ਇੱਕ ਉਹਨਾਂ ਦਾ ਦਿਮਾਗ ਵੀ ਵਿਕਸਿਤ ਹੁੰਦਾ ਆ ਕਿਉਂਕਿ ਉਹਨਾਂ ਨੂੰ ਸੋਚਣ ਲਈ ਮਿਲਦਾ ਆ। ਸੋ ਇਹ ਬਹੁਤ ਹੀ ਲੋੜ ਹੈਗੀ ਹੈ ਸਾਨੂੰ ਕਿ ਆਪਾਂ ਇਹ ਨਹੀਂ ਸੋਚਣਾ ਹੈਗਾ ਵੀ ਬੱਚਾ ਸਕੂਲ ਤੋਂ ਆਇਆ ਉਹਨੂੰ ਟਿਊਸ਼ਨ ਤੇ ਤੋੜ ਦਿਓ। ਜਿਹੜੀ ਘਰੋਂ ਮਾਂ ਵੱਲੋਂ ਗਿਆਨ ਮਿਲਦਾ, ਕਹਿੰਦੇ ਮਾਂ ਪਹਿਲਾ ਗੁਰੂ ਹੁੰਦੀ ਹੈ ਨਾ। ਸੋ ਇਹ ਜ਼ਰੂਰ ਤੁਹਾਡੇ ਬੱਚੇ ਆਰ ਯੋਰ ਰਿਫਲੈਕਸ਼ਨ, ਦੇ ਆਰ ਨੈਵਰ ਗੋਇੰਗ ਟੂ ਬੀ ਰਿਫਲੈਕਸ਼ਨ ਆਫ ਅ ਸਕੂਲ ਹੈ ਨਾ। ਇਟ ਵਿਲ ਮੈਟਰ। ਮੈਂ ਆਪਣੇ ਆਪ ਨੂੰ ਕਰੈਕਟ ਕਰਾਂਗੀ, ਹਾਂਜੀ ਸਕੂਲ ਦਾ ਫਰਕ ਪੈਂਦਾ ਪਰ ਮਾਂ ਦਾ ਪਿਓ ਦਾ ਸਭ ਤੋਂ ਜ਼ਿਆਦਾ ਫਰਕ ਪੈਂਦਾ। ਸੋ ਤੁਸੀਂ ਇੱਕ ਬਹੁਤ ਹੀ ਅੱਛਾ ਕੰਮ ਕਰ ਰਹੇ ਹੋ ਤੇ ਇਹ ਬਹੁਤ ਹੀ ਅੱਛਾ ਮੈਸੇਜ ਹੈ ਸਾਡੇ ਦਰਸ਼ਕਾਂ ਲਈ ਕਿ ਸਟੋਰੀ ਟਾਈਮ ਜਾਂ ਜਿਹੜਾ ਬੱਚਿਆਂ ਦੇ ਵਿੱਚ ਇੱਕ ਡਿਸਿਪਲਿਨ ਕਰਕੇ ਤੋਂ ਇੱਕ ਅੱਛੇ ਅਸੀਂ ਉਹਨਾਂ ਨੂੰ ਕਮਿਊਨਿਟੀ ਦੇ ਮੈਂਬਰ ਬਣਾਉਂਦੇ ਆ ਹੈ ਨਾ। ਸੋ ਇੱਥੇ ਫਿਰ ਇੱਕ ਵਾਰੀ ਟਾਈਮ ਹੋ ਗਿਆ ਛੋਟੀ ਜਿਹੀ ਬ੍ਰੇਕ ਲੈਣ ਦਾ, ਤੇ ਬ੍ਰੇਕ ਤੋਂ ਬਾਅਦ ਆ ਕੇ ਅਸੀਂ ਇਹਨਾਂ ਦੀਆਂ ਹੋਰ ਅਚੀਵਮੈਂਟਸ ਜਿਹੜੀਆਂ ਇਹਨਾਂ ਨੇ ਇੱਥੇ ਆ ਕੇ ਅਚੀਵ ਕੀਤੀਆਂ ਉਹਨਾਂ ਬਾਰੇ ਗੱਲ ਕਰਾਂਗੇ। ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ। ਜੀ ਹਾਂ ਦੋਸਤੋ, ਜੇ ਤੁਸੀਂ ਆਪਣੇ ਟਰੱਕ ਜਾਂ ਟ੍ਰੇਲਰ ਦੀ ਮੁਰੰਮਤ ਦਾ ਕੰਮ ਤਸੱਲੀ ਬਖਸ਼ ਅਤੇ ਬਿਨਾਂ ਸਮਾਂ ਖਰਾਬ ਕੀਤਿਆਂ ਕਰਾਉਣਾ ਚਾਹੁੰਦੇ ਹੋ ਤਾਂ ਭਰੋਸੇਯੋਗ ਇੱਕੋ ਇੱਕ ਨਾਂ BTS ਟਰੱਕ ਰਿਪੇਅਰ। ਇੱਥੋਂ ਤੁਸੀਂ ਟਰੈਕਟਰ, ਟ੍ਰੇਲਰ, ਰੀਫਰ, ਇੰਜਨ, ਟਰਾਂਸਮਿਸ਼ਨ ਅਤੇ ਸਸਪੈਂਸ਼ਨ ਦਾ ਰਿਪੇਅਰ ਦਾ ਕੰਮ ਸਰਟੀਫਾਈਡ ਟੈਕਨੀਸ਼ੀਅਨਸ ਵੱਲੋਂ ਕਰਵਾ ਸਕਦੇ ਹੋ। ਜੀ ਹਾਂ, BTS ਟਰੱਕ ਰਿਪੇਅਰ 39115 ਮੇਪਲ ਐਵਨਿਊ, ਵੇਨ, ਮਿਸ਼ੀਗਨ ਵਿਖੇ ਵਾਕਿਆ ਹੈ। फ़ोन नंबर 734 419 1408 734 419 1408 BTS ਟਰੱਕ ਰਿਪੇਅਰ। ਡਰਾਈਵਰ ਵੀਰਾਂ ਤੇ ਓਨਰ ਆਪਰੇਟਰਸ ਲਈ ਖਾਸ ਦੋਸਤੋ, ਤੁਸੀਂ ਲੋਡ ਬੁਕਿੰਗ ਦੀ ਚਿੰਤਾ ਛੱਡ ਆਪਣਾ ਪੂਰਾ ਧਿਆਨ ਡਰਾਈਵਿੰਗ ਉੱਤੇ ਲਗਾਓ। ਰੋਡੈਕਸ ਪ੍ਰੋਫੈਸ਼ਨਲ ਡਿਸਪੈਚ ਲੋਡ ਬੁਕਿੰਗ, ਕਰੀਅਰ ਪੈਕਟ ਭੇਜਣ, ਟ੍ਰੇਸਿੰਗ, ਟਰੈਕਿੰਗ ਦੀਆਂ ਸੇਵਾਵਾਂ ਮੁਹੱਈਆ ਕਰਾਉਂਦਾ। ਟਰੱਕਿੰਗ ਇੰਡਸਟਰੀ ਵਿੱਚ ਸਾਡਾ ਡਿਸਪੈਚ ਦਾ ਲੰਬਾ ਤਜਰਬਾ ਹੈ। ਸ਼ਿਪਰਸ ਬ੍ਰੋਕਰਸ ਨਾਲ ਸਿੱਧਾ ਰਾਬਤਾ ਹੋਣ ਕਾਰਨ ਤੁਹਾਡੇ ਲਈ ਬਹੁਤ ਵਧੀਆ ਕੀਮਤਾਂ ਉੱਤੇ ਲੋਡ ਬੁੱਕ ਕਰ ਸਕਦੇ ਹਾਂ। ਤੁਸੀਂ ਜ਼ਿਆਦਾ ਮੁਨਾਫਾ ਕਮਾ ਸਕਦੇ ਹੋ, ਉਹ ਵੀ ਬਿਨਾਂ ਕਿਸੇ ਕੰਟਰੈਕਟ ਦੇ। ਜਾਣਕਾਰੀ ਲਈ ਨੰਬਰ 313 855 56। ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਉਡਾਨ ਪ੍ਰੋਗਰਾਮ ਦੇ ਵਿੱਚ।
ਤੇ ਜਿਵੇਂ ਅਸੀਂ ਬ੍ਰੇਕ ਤੋਂ ਪਹਿਲਾਂ ਗੱਲਾਂ ਕਰ ਰਹੇ ਸੀ ਇਹਨਾਂ ਦੇ ਬੱਚਿਆਂ ਦੀਆਂ, ਇਹਨਾਂ ਨੇ ਕਿਵੇਂ ਉਹਨਾਂ ਦਾ ਬਹੁਤ ਅੱਛੀ ਤਰ੍ਹਾਂ ਦੇ ਨਾਲ ਪਾਲਣ ਪੋਸ਼ਣ ਕੀਤਾ, ਤੇ ਆਪਾਂ ਇਹਨਾਂ ਦੇ ਬੇਟੇ ਦੀ ਗੱਲ ਕੀਤੀ ਜੋ ਕਿ ਬਹੁਤ ਹੀ ਸਪੈਸ਼ਲ ਗਿਫਟਡ ਕਿਡ ਨੇ, ਹਨਾ। ਤੇ ਹੁਣ ਅਸੀਂ ਗੱਲ ਕਰਾਂਗੇ ਤੁਹਾਡੀ ਬੇਟੀ ਬਾਰੇ। ਹਾਂਜੀ, ਮੇਰੀ ਡਾਟਰ 13 ਸਾਲ ਦੀ ਹੈ ਤੇ ਉਹ ਬਹੁਤ ਹੀ ਐਮਪੈਥੈਟਿਕ ਆ। ਉਹਨੂੰ ਦੂਸਰਿਆਂ ਦਾ ਦੁੱਖ ਬਹੁਤ ਜ਼ਿਆਦਾ ਉਹ ਮਹਿਸੂਸ ਕਰਦੀ ਆ। ਕਿਸੇ ਨੂੰ ਇਹ ਵੀ ਜਿਵੇਂ ਹਰ ਬੱਚਾ ਇਹ ਸਾਰੀਆਂ ਗੱਲਾਂ ਮਹਿਸੂਸ ਕਰਦਾ ਆ। ਤੇ ਪਰ ਇੱਥੇ ਮੈਂ ਜ਼ਰੂਰ ਕਹਿਣਾ ਚਾਹੂੰਗੀ, ਕਈ ਪੇਰੈਂਟਸ ਕੋ ਟਾਈਮ ਨਹੀਂ ਹੁੰਦਾ ਜਾਂ ਉਹ ਬੱਚੇ ਨੂੰ ਬੱਚਾ ਸਮਝ ਕੇ ਇਗਨੋਰ ਕਰ ਦਿੰਦੇ ਆ। ਉਹ ਕਹਿੰਦੇ ਚਲ ਬਾਅਦ ਚ ਗੱਲ ਕਰਾਂਗੇ, ਕੋਈ ਨਹੀਂ ਤੂੰ ਛੋਟਾ ਆ, ਇੰਝ ਹੀ ਹੁੰਦਾ। ਤੇ ਪਰ ਮੈਂ ਆਪਣੇ ਬੱਚਿਆਂ ਦੇ ਜਿਹੜੇ ਛੋਟੀਆਂ ਉਹਨਾਂ ਦੀਆਂ ਫੀਲਿੰਗਸ ਜਾਂ ਇਮੋਸ਼ਨਸ ਸੀਗੀਆਂ ਕਿਸੇ ਪ੍ਰਤੀ ਵੀ, ਉਹ ਮੈਂ ਉਹ ਜਿਵੇਂ ਦਬਾਈਆਂ ਨਹੀਂ, ਮੈਂ ਉਹਨਾਂ ਨੂੰ ਪਾਣੀ ਦਿੱਤਾ ਤੇ ਉਹ ਬੂਟਾ ਲਾਈਕ ਮੁਰਝਾਇਆ ਨਹੀਂ, ਉਹ ਲੱਗਾ ਆ। ਸੋ ਐਵੇਂ ਮੇਰੀ ਡਾਟਰ ਐਮਪੈਥੈਟਿਕ ਆ, ਬਹੁਤ ਕੁਛ ਕਰਦੀ। ਫਿਰ ਉਹਨੇ ਇੱਕ ਪ੍ਰੋਗਰਾਮ ਵੀ ਜਦੋਂ 7 ਸਾਲ ਦੀ ਸੀ, ਲੰਗਰ ਔਨ ਵੀਲਸ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਵੱਲੋਂ ਇਹ ਪ੍ਰੋਗਰਾਮ ਚਲਾਇਆ ਜਾਂਦਾ। ਉਹ ਉਹਦੇ ਲਈ ਡੋਨੇਸ਼ਨਸ ਇਕੱਠੀਆਂ ਕਰਦੀ ਸੀ ਕ੍ਰਿਸਮਸ ਪਾਰਟੀ ਕਰਕੇ। ਆਪ ਪਹਿਲਾਂ ਘਰੇ ਕੀਤੀਆਂ ਉਹਨੇ, ਆਪਣੇ ਫਰੈਂਡਸ ਨੂੰ ਕਿਹਾ ਕਿ ਤੁਸੀਂ ਮੇਰੇ ਲਈ ਨਹੀਂ ਲਿਆਉਣੇ ਕੋਈ ਗਿਫਟਸ, ਤੇ ਮੈਂ ਵੀ ਤੁਹਾਨੂੰ ਗਿਫਟ ਨਹੀਂ ਦੇਣੇ, ਪਰ ਆਪਾਂ ਇਹ ਫੰਡਸ ਰੇਜ਼ ਕਰਕੇ ਜਾਂ ਜਿਹੜੀਆਂ ਚੀਜ਼ਾਂ ਸੀਨੀਅਰਸ ਨੂੰ ਚਾਹੀਦੀਆਂ ਆ ਆਪਾਂ ਉਹਨਾਂ ਤੱਕ ਪਹੁੰਚਾਉਣੀਆਂ ਆ। ਸੋ ਉੱਥੋਂ ਸ਼ੁਰੂ ਹੋਇਆ। ਫਿਰ ਉਹ ਹਰ ਸਾਲ ਕਰਦੇ, ਹੁਣ ਐਤਕੀ 6 ਵਾਰੀ ਹੋਊਗਾ। 6 ਸਾਲ ਹੋ ਗਏ ਕਿ ਜਿੱਦਾਂ ਆਈ ਰਿਮੈਂਬਰ ਯੂ ਵਰ ਟੈਲਿੰਗ ਕਿ ਫਲਾਇਰ ਆਇਆ, ਤੁਸੀਂ ਉਹਨਾਂ ਨੂੰ ਦਿਖਾਇਆ ਤੇ ਉਹ ਕਹਿੰਦੇ ਕਿ ਆਪਾਂ ਹੀ ਨਹੀਂ ਦੇਣੀ ਆ, ਲੈਟਸ ਮੇਕ ਅਵੇਅਰਨੈਸ, ਹਨਾ। ਹਾਂਜੀ, ਮੈਂ ਫੇਸਬੁੱਕ ਤੇ ਦੇਖ ਰਹੀ ਸੀ ਫਲਾਇਰ ਐਵੇਂ ਆਇਆ ਕਿ ਸੀਨੀਅਰਸ ਨੂੰ ਹੈਟਸ ਚਾਹੀਦੇ ਆ, ਮਿਟਨਸ ਚਾਹੀਦੇ ਆ, ਕੁਛ ਟੋਇਲਟ ਦੇ ਆ ਜਿਹੜੀਆਂ ਸਪੋਰਟਸ ਹੁੰਦੀਆਂ ਆ ਉਹ ਚਾਹੀਦੀਆਂ ਆ। ਤੇ ਮੈਂ ਉਹਨੂੰ ਕਿਹਾ ਸ਼ਬਦ ਲਈ ਨਾ ਕ੍ਰਿਸਮਸ ਤੇ ਆਪਾਂ ਇੱਥੇ ਡੋਨੇਸ਼ਨ ਕਰਦੇ ਆ ਵੀ ਸੀਨੀਅਰਸ ਨੂੰ ਇਹ ਚਾਹੀਦਾ। ਤੇ ਫਿਰ ਉਹਨੇ ਕਿਹਾ ਕਿ ਆਪਾਂ ਹੀ ਕਿਉਂ, ਵੀ ਆਪਾਂ ਤੇ ਕਰ ਹੀ ਦੇਵਾਂਗੇ ਪਰ ਹੋਰਾਂ ਨੂੰ ਵੀ ਨਾਲ ਲਾਉਂਦੇ ਆ ਕਿ ਅਸੀਂ ਤੇ 2 ਚਾਕਲੇਟਾਂ ਵੱਧ ਖਾ ਲਾਂਗੇ, ਘੱਟ ਖਾ ਲਾਂਗੇ। ਤੇ ਗਿਫਟਸ, ਕਿਉਂਕਿ ਬੱਚਿਆਂ ਨੂੰ ਹੁਣ ਪਤਾ ਹੁੰਦਾ ਖੁਦ ਵੀ ਕਿ ਸਾਰੇ ਮਾਮੇ ਚਾਚੇ ਤਾਏ ਜਦੋਂ ਕ੍ਰਿਸਮਸ ਹੁੰਦਾ ਆ ਸਾਰੇ ਡਾਲਸ ਐਂਡ ਗੇਮਸ ਦਈ ਜਾਂਦੇ, ਬੱਚਿਆਂ ਨੂੰ ਵੀ ਲੱਗਦਾ ਹੁੰਦਾ ਸਾਡੇ ਕੋਲ ਬਹੁਤ ਜ਼ਿਆਦਾ ਆ। ਪਰ ਹਰ ਕਿਸੇ ਨੇ ਕੁਛ ਨਾ ਕੁਛ ਤੇ ਦੇਣਾ ਹੀ ਆ। ਪਰ ਇਹਦੇ ਵਿੱਚ ਫਿਰ ਉਹਨੇ ਸਾਰਿਆਂ ਨੂੰ ਇਨਵੋਲਵ ਕਰ ਲਿਆ। ਫਿਰ ਸਾਲ ਦਰ ਸਾਲ ਫਿਰ ਉਹਨੇ ਬਾਹਰ ਵੀ ਫੰਡ ਰੇਜ਼ ਕਰਨੇ ਸ਼ੁਰੂ ਕਰ ਦਿੱਤੇ ਕਮਿਊਨਿਟੀ ਲੈਵਲ। ਤੇ ਹੁਣ ਫਿਰ ਕੋਵਿਡ ਆ ਗਿਆ ਸੀ ਪਿਛਲੇ ਸਾਲ, ਸੋ ਐਤਕੀ ਉਹ ਹਾਈ ਸਕੂਲ ਦੇ ਵਿੱਚ ਆਪਣਾ ਪ੍ਰੋਗਰਾਮ ਲੈ ਕੇ ਜਾਊਗੀ। ਤੇ ਫਿਰ ਆਨਲਾਈਨ ਜਿਵੇਂ ਆਪਾਂ ਉਹ ਮੈਨੂੰ ਦੱਸਦੀ ਸੀ ਕਿ ਉਹ ਆਪਣੀ ਜਿਵੇਂ ਚਲਾਊਗੀ ਅਵੇਅਰਨੈਸ ਕੰਪੇਨ, ਤੇ ਫਿਰ ਲੋਕੀ ਜੁੜਦੇ ਜਾਣਗੇ ਤੇ ਉਹ ਇਸ ਪ੍ਰੋਗਰਾਮ ਨੂੰ ਅਡਾਪਟ ਕਰਦੇ ਜਾਣਗੇ। ਸੀ ਕਈ ਵਾਰੀ ਨਾ ਆਪਾਂ ਕਹਿ ਦਿੰਦੇ ਆ ਕਿ ਕਈ ਲੋਕ ਸ਼ੋ ਆਫ ਕਰਦੇ ਨੇ ਅਸੀਂ ਇਹ ਕੀਤਾ, ਬਟ ਮੇਰੇ ਮਤਲਬ ਮੈਂ ਆਪ ਵੀ ਪਰਸਨਲ ਤੌਰ ਤੇ ਇਹ ਨਹੀਂ ਕਿ ਤੁਸੀਂ ਜਿਹਨੂੰ ਫੜਾ ਰਹੇ ਹੋ ਚੀਜ਼ ਉਹਦੀ ਫੋਟੋ ਖਿੱਚ ਕੇ ਪਾਓ, ਬਟ ਆਲਵੇਜ਼ ਮੇਕ ਅਵੇਅਰ, ਲਾਈਕ ਇਨਵੋਲਵ ਅਦਰ ਪੀਪਲ। ਕਈ ਵਾਰੀ ਲੋਕਾਂ ਨੂੰ ਪਤਾ ਨਹੀਂ ਹੁੰਦਾ, ਪੈਸੇ ਦੇਣਾ ਚਾਹੁੰਦੇ ਨੇ ਪਰ ਕਿੱਥੇ ਦੇਣੇ ਨੇ, ਹਨਾ। ਪਰ ਜਦੋਂ ਉਹਨਾਂ ਦਾ ਤੁਹਾਡੇ 'ਚ ਦੇਖਦੇ ਨੇ ਕਿ ਤੁਸੀਂ ਵਧੀਆ ਥਾਵਾਂ ਤੇ ਹਮੇਸ਼ਾ ਖਰਚ ਕਰਦੇ ਹੋ, ਦੇ ਆਲਵੇਜ਼ ਪਿਚ ਇਨ ਦੇ ਸੇ ਕਿ ਹਾਂ ਇਹ ਤਾਂ ਠੀਕ ਥਾਂ ਤੇ ਜਾ ਰਿਹਾ ਹੈ ਨਾ। ਸੋ ਜਿਵੇਂ ਤੁਹਾਡੀ ਬੇਟੀ, ਇੱਕ ਤਾਂ ਆਪ ਕਰਨਾ ਤੇ ਅਵੇਅਰਨੈਸ ਕਰਨੀ, ਹਨਾ। ਸੋ ਇਹ ਬਹੁਤ ਜ਼ਰੂਰੀ ਹੈ, ਇਹਨੂੰ ਸ਼ੋ ਆਫ ਨਹੀਂ ਮੰਨਿਆ ਜਾਂਦਾ, ਇਹਨੂੰ ਹੁੰਦਾ ਹੈ ਕਿ ਦਿਸ ਇਜ਼ ਮਸਟ। ਜੇ ਆਪਾਂ ਕਈ ਵਾਰੀ ਕਿਸੇ ਨੂੰ ਕਿਸੇ ਤੱਕ ਗੱਲ ਪਹੁੰਚਾਉਣੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਨਾ। ਸੋ ਤੁਸੀਂ ਫਿਰ PCHC ਦੇ ਨਾਲ ਕਾਫੀ ਜੁੜ ਗਏ ਉਸ ਤੋਂ ਬਾਅਦ, ਹਨਾ। ਉਸ ਤੋਂ ਪਹਿਲਾਂ ਜੁੜੇ ਹੋਏ ਸੀਗੇ ਜਦੋਂ ਸ਼ਬਦਲੀਨ ਨੇ ਸਕੂਲ ਸ਼ੁਰੂ ਕੀਤਾ ਸੀ 2011 ਤੋਂ PCHS ਨਾਲ ਜੁੜੇ ਸੀ। ਉੱਥੇ ਅਸੀਂ ਵੋਲੰਟੀਅਰ ਵੀ ਮੈਂ ਕੀਤਾ ਕੰਮ ਸੀਨੀਅਰਸ ਗਰੁੱਪਸ ਦੇ ਵਿੱਚ, ਅਦਰਵਾਈਜ਼ ਆਲਸੋ। ਤੇ ਫਿਰ
ਸ਼ਬਦ ਲੀਨ ਦਾ ਵੀ ਇਹ ਸ਼ੁਰੂ ਹੋ ਗਿਆ ਕਿਉਂਕਿ ਉਹ 7 ਸਾਲ ਦੀ ਸੀਗੀ, ਛੋਟੀ ਸੀ, ਉਹਨੂੰ ਸਪੋਰਟ ਤੇ ਕਰਨਾ ਸੀ ਨਾ, ਉਹਦੇ ਆਈਡੀਏ ਨੂੰ ਰੀਅਲ ਲਾਈਫ 'ਚ ਲਿਆਉਣਾ ਸੀ। ਇੱਕ ਬੱਚਾ ਨਹੀਂ ਸਾਰਾ ਕੁਝ ਕਰ ਸਕਦਾ ਤੇ ਫਿਰ ਉਹ ਸਾਰਾ ਹੈਲਪ ਕੀਤਾ। ਸੋ PCHS ਨੇ ਸ਼ਬਦ ਲੀਨ ਨੂੰ ਵੀ 2 ਵਾਰੀ ਰੈਕੋਗਨਾਈਜ਼ ਕੀਤਾ ਔਨ ਵਿਮਨਸ ਡੇ ਐਟ ਸੱਚ ਅ ਸਮਾਲ ਏਜ। ਸ਼ੀ ਗਾਟ ਵਿਮਨਸ ਡੇ ਅਵਾਰਡ। ਕਹਿੰਦੇ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ, ਹਨਾ। ਉਹਨੂੰ ਸ਼ੁਰੂ ਤੋਂ ਹੀ ਯੂ ਆਰ ਮੇਕਿੰਗ ਹਰ ਫਾਊਂਡੇਸ਼ਨ ਵੈਰੀ ਸਾਊਂਡ। ਹਾਂ, ਇਟਸ ਬਿਕਾਜ਼ ਇਟਸ ਹਰ ਆਈਡੀਆਜ਼। ਮੈਂ ਤੇ ਬਸ ਜਿਵੇਂ ਕਹਿੰਦੇ ਨਾ ਵੀ ਉਹਦਾ ਆਈਡੀਆ ਮਰਨ ਨਹੀਂ ਦਿੱਤਾ। ਜਿਵੇਂ ਤੁਹਾਡੇ ਮਮ ਨੇ ਤੁਹਾਨੂੰ ਕਹਤੇ ਬੁੱਕਸ ਦੇ ਵਿੱਚ ਹੈ ਪੜੋ ਤੇ ਟੈਸਟ ਦਿਓ, ਤੁਸੀਂ ਇਹ ਨਹੀਂ ਕਿਹਾ, ਤੁਸੀਂ ਕਿ ਨਹੀਂ ਪੜੋ, ਇਹਦੇ ਤੇ ਅਮਲ ਕਰੋ। ਹਾਂਜੀ, ਸੋ ਵਿਚ ਇਜ਼ ਵੈਰੀ ਗੁੱਡ। ਵੀ ਮਸਟ ਲਰਨ ਦੈਟ ਫਰੋਮ ਕੋਮਲ ਕਿ ਇੱਕ ਕਦੀ ਵੀ ਕਹਿੰਦੇ ਨੋ ਐਕਟ ਆਫ ਕਾਈਂਡਨੈਸ ਐਵਰ ਗੋਜ਼ ਵੇਸਟ। ਇਟ ਡਜ਼ਨਟ ਮੈਟਰ ਕਿੰਨੀ ਵੀ ਸਮਾਲ ਹੈਗੀ ਹੈ, ਹਨਾ। ਸੋ ਇਹਨੂੰ ਕਾਈਂਡਨੈਸ ਨੂੰ ਵਧਾਉਣਾ ਚਾਹੀਦਾ ਜ਼ਿੰਦਗੀ ਦੇ ਵਿੱਚ, ਹੈ ਨਾ। ਸੋ ਉਹ ਤੁਸੀਂ ਬਹੁਤ, ਕਿਉਂਕਿ ਤੁਹਾਡੇ ਬੱਚੇ ਤੁਹਾਨੂੰ ਦੇਖਦੇ ਨੇ, ਪੇਰੈਂਟਸ ਨੂੰ ਦੇਖਦੇ ਨੇ, ਤੁਸੀਂ ਕਮਿਊਨਿਟੀ ਦੀ ਕਿਵੇਂ ਹੈਲਪ ਕਰਦੇ ਹੋ। ਸੋ ਉਹਨਾਂ ਨੂੰ ਲੱਗਦਾ ਹੈ ਕਿ ਦਿਸ ਇਜ਼ ਮਸਟ, ਜਿਵੇਂ ਖਾਣਾ ਖਾਣਾ ਹੈ, ਸੌਣਾ ਹੈ, ਉੱਦਾਂ ਸੇਵਾ ਕਰਨੀ ਵੀ ਜ਼ਰੂਰੀ ਹੈਗੀ ਹੈ ਨਾ। ਹਾਂਜੀ, ਇਸ ਤੋਂ ਹੀ ਮੈਂ ਦੱਸਦਾ, ਜਿਵੇਂ ਮੇਰੇ ਬੱਚਿਆਂ ਕਾਰਨ ਹੀ ਮੈਂ ਸਿੱਖੀ ਸਰੂਪ 'ਚ ਆਈ ਹਾਂ। ਵਾਓ। ਕਿਉਂਕਿ ਬਹੁਤ ਲੋਕ ਜਿਵੇਂ ਕਹਿ ਦਿੰਦੇ ਕਿ due to some political reasons ਸਿੱਖੀ ਦਾ ਬਹੁਤ ਘਾਣ ਹੋਇਆ ਆ। ਕਈਆਂ ਕਿਸੇ ਪੋਲੀਟੀਕਲ ਪਾਰਟੀ ਨੂੰ ਉਹ ਬਲੇਮ ਕਰਦੇ ਨੇ ਤੇ ਸਾਰਾ ਕੁਝ। ਪਰ ਮੈਨੂੰ ਉਹ ਥਾਟ ਬਹੁਤ ਪਹਿਲਾਂ ਚੱਲਦਾ ਸੀ। ਮੈਨੂੰ ਲੱਗਦਾ ਸੀ ਉਹਨਾਂ ਦਾ ਇੱਕ ਹੋ ਸਕਦਾ ਇੱਕ ਪਾਰਟ ਉਹਨਾਂ ਨੇ ਨਹੀਂ ਕੀਤਾ ਹੋਵੇ, ਪਰ ਇਹ ਮਦਰ ਨੇ ਨੇਚਰ ਕਰਨਾ ਹੁੰਦਾ ਆਪਣਾ ਬੱਚਾ ਮਾਂ ਦੀ ਗੋਦ 'ਚੋਂ ਜੋ ਸਿੱਖਿਆ ਲੈਂਦਾ ਆ, ਜੋ ਵੈਲਿਊਜ਼ ਲੈਂਦਾ ਆ, ਉਹ ਤੇ ਜੋ ਉਹਦੀ ਮਦਰ ਕਰਦੀ ਆ, ਫਾਦਰ ਵੀ, ਪਰ ਮਦਰ ਦੇ ਨਾਲ ਉਹ ਪਹਿਲਾਂ ਤੋਂ ਅਟੈਚ ਹੁੰਦਾ। ਨਰਚਰਿੰਗ ਹੈਗੀ ਉਹ ਮਦਰ ਦੇ ਹਿੱਸੇ ਆਈ ਹੈ। ਹਾਂਜੀ, ਤੇ ਫਿਰ ਉਦੋਂ ਤੋਂ ਮੈਂ ਕਿਵੇਂ ਕਹਿ ਸਕਦੀ ਹਾਂ ਆਪਣੇ ਬੇਟੇ ਨੂੰ ਕਿ ਤੂੰ ਜੂੜਾ ਕਰ, ਤੂੰ ਸਿੱਖਿਆ, ਤੂੰ ਸਰਦਾਰ ਆ, ਤੂੰ ਪੱਗ ਬੰਨਣੀ ਆ, ਜੇ ਮੈਂ ਆਪ ਨਹੀਂ ਕਰੂੰਗੀ। ਸੋ ਇਹ ਥਾਟ ਹੌਲੀ ਹੌਲੀ ਹੋਰ ਜ਼ਿਆਦਾ ਵੱਧਦਾ ਰਿਹਾ ਤੇ ਮੈਨੂੰ ਐਜ਼ ਏ ਰੋਲ ਮਾਡਲ ਸਿੱਖ ਆਪਣੇ ਬੱਚਿਆਂ ਲਈ ਕਿ ਪਹਿਲਾਂ ਮੈਂ ਗੱਲਾਂ ਕਹਾਣੀਆਂ ਸੁਣਾਉਂਗੀ, ਬਾਅਦ 'ਚ ਪਹਿਲਾਂ ਸਾਨੂੰ ਕਰਨੀਆਂ ਚਾਹੀਦੀਆਂ ਜਿਹੜੀਆਂ ਮੈਨੂੰ ਕਹਾਣੀਆਂ ਕਥਾ ਦਾ ਪਤਾ ਹੈਗਾ। ਸੋ ਉੱਥੋਂ ਹੀ ਫਿਰ ਬਾਬਾ ਜੀ ਨੇ ਕਿਰਪਾ ਕਰਤੀ। ਹਾਂਜੀ ਹਾਂਜੀ, ਇਹ ਵੀ ਬਹੁਤ ਹੀ ਅੱਛੀ ਕਿਸੇ ਤੁਹਾਡੇ ਚੰਗੇ ਭਾਗ ਹੁੰਦੇ ਨੇ, ਹਨਾ, ਤੇ ਉਹ ਤੁਹਾਡੇ ਤੇ ਕਿਰਪਾ ਹੁੰਦੀ ਹੈ। ਕਹਿੰਦੇ ਜਿਹੜੀ ਅੱਛੀ ਸੋਚ ਹੈ ਇਹ ਵੀ ਬਾਬਾ ਜੀ ਵੱਲੋਂ ਬਖਸ਼ਿਸ਼ ਹੁੰਦੀ ਹੈ, ਹਨਾ। ਸੋ ਉਹਦੇ ਨਾਲ ਅੱਛੀ ਜ਼ਿੰਦਗੀ ਦਾ ਅਮਲ ਕਰਨਾ, ਸਿੱਖੀ ਦੇ ਸਿਧਾਂਤਾਂ ਤੇ ਚੱਲਣਾ ਤੇ ਆਪਣੇ ਬੱਚਿਆਂ ਨੂੰ ਚੱਲਣਾ ਸਿਖਾਉਣਾ, ਇਹ ਤੁਸੀਂ ਬਹੁਤ ਹੀ ਅੱਛਾ ਕਰ ਰਹੇ ਹੋ। ਤੇ ਇਹ ਯੂ ਆਰ ਬੀਇੰਗ ਐਗਜ਼ਾਮਪਲ, ਯੂ ਆਰ ਬੀਇੰਗ ਰੋਲ ਮਾਡਲ ਫॉर them, ਹਨਾ। ਤੇ ਇਹਦੇ ਨਾਲ ਨਾਲ ਮੈਨੂੰ ਬਹੁਤ ਹੀ ਅੱਛਾ ਲੱਗਿਆ ਇਹਨਾਂ ਨੇ ਹੋਰ ਜਿਹੜੇ ਜਿਵੇਂ ਕਿ ਬੱਚਿਆਂ ਨੂੰ ਨਰਚਰ ਕਰਦੇ ਨੇ। ਸੋ ਇਹਨਾਂ ਨੇ ਮਤਲਬ 2 ਬੁੱਕਸ ਲਿਖਣ ਦਾ ਫੈਸਲਾ ਕੀਤਾ ਹੋਇਆ ਹੈ ਨਾ। ਸੋ ਲਿਖੀਆਂ ਜਾ ਰਹੀਆਂ ਨੇ, ਉਹਨਾਂ ਬਾਰੇ ਸਾਨੂੰ ਜ਼ਰੂਰ ਦੱਸੋ। ਮੇਰੀ ਇੱਕ ਬੁੱਕ ਆ ਐਟਲੀਸਟ 2 ਡਾਟਰਸ। ਉਹ ਕਿ ਜਿਵੇਂ ਆਪਾਂ ਪੜ੍ਹਦੇ ਸੁਣਦੇ ਦੇਖਦੇ ਹਾਂ ਕਿ ਸਮਾਜ ਵਿੱਚ ਇੱਕ ਕੁੜੀ ਨੂੰ ਵੀ ਇੰਨਾ ਜ਼ਿਆਦਾ ਵੈਲਕਮ ਨਹੀਂ ਕੀਤਾ ਜਾਂਦਾ, ਕਿੰਨੀ ਜ਼ਿਆਦਾ ਭਰੂਣ ਹੱਤਿਆ ਹੁੰਦੀ ਆ, ਜਾਂ ਹੋਰ ਜੋ ਵੀ ਇਹਦੇ ਨਾਲ ਸੋਸ਼ਲ ਈਵਲਸ ਨੇ, ਹਨਾ, ਵੀ ਡਾਟਰਸ ਨੂੰ ਵੈਲਕਮ ਨਹੀਂ ਕੀਤਾ ਜਾਂਦਾ, ਵੀ ਇੱਕ ਸਨ ਹੋਣਾ ਜ਼ਰੂਰੀ ਆ। ਜਿਵੇਂ ਇੱਕ ਕੰਪੇਨ ਆ ਆਪਣੇ ਬਜ਼ੁਰਗਾਂ ਵੱਲੋਂ ਜਾਂ ਜਿੱਥੋਂ ਵੀ ਕਲਚਰ ਵੱਲੋਂ ਚੱਲੀ ਆ ਰਹੀ ਆ। ਪਹਿਲਾਂ ਤਾਂ ਇੱਥੋਂ ਤੱਕ ਕਹਿ ਦਿੱਤਾ ਜਾਂਦਾ ਸੀ ਕਿ ਧੀ ਦਾ ਘਰ ਹੀ ਉਦੋਂ ਵਸਦਾ ਸੀ ਜਦੋਂ ਉਹਦੇ ਘਰ ਬੇਟਾ ਪੈਦਾ ਹੁੰਦਾ ਸੀ। ਇਟਸ ਨਾਟ ਦੇਅਰ ਸੋ ਮਚ ਐਨੀਮੋਰ, ਬਟ ਇਟ ਵਾਸ ਦੇਅਰ। ਯੈਸ, ਸੋ ਮੈਂ ਚਾਹੁੰਦੀ ਹਾਂ ਵੀ ਇੱਕ ਬੇਟਾ, ਆਈ ਐਮ ਨਾਟ ਅਗੇਂਸਟ, ਇੱਕ ਰੱਬ, ਇਹ ਤੇ ਰੱਬ ਆ, ਹੈ ਨਾ, ਜਿਹਨੇ 2-4, ਪਰ ਦੈਨ ਆਲਸੋ ਉਹਨਾਂ ਵਿੱਚੋਂ ਹੀ ਇਹ ਕਹਾਣੀਆਂ ਆ ਛੋਟੀਆਂ ਛੋਟੀਆਂ ਜਿਨ੍ਹਾਂ ਨੂੰ ਮੈਂ ਕੰਪਾਈਲ ਕਰਕੇ ਕਿ at least 2 daughters। ਹਾਂਜੀ, that is such a beautiful thought। ਮੈਂ ਹਮੇਸ਼ਾ ਮੇਰੇ ਆਪਣੀ ਜਦੋਂ when I got married there were complications, so I thought ਕਿ ਮੈਨੂੰ ਡਾਕਟਰ ਨੇ ਕਿਹਾ you can only have 1 kid, ਤੇ ਮੈਂ ਪ੍ਰੇ ਕਰਦੀ ਹੁੰਦੀ ਸੀ ਮੇਰੇ ਬੇਟੀ ਹੋਵੇ।
ਕਿ ਇੱਕੋ ਹੀ ਬੱਚਾ ਹੋਣਾ, ਬੇਟੀ ਹੋਵੇ। ਮੇਰੇ ਡਾਕਟਰ ਜਿਹੜੇ ਕਿ ਇੰਡੀਅਨ ਸੀ, ਮੈਂ ਉਹਨਾਂ ਨੂੰ ਕਿਹਾ ਮੈਂ ਪੁੱਛਣਾ ਚਾਹੁੰਦੀ ਹਾਂ ਵੀ ਕੀ ਹੈਗਾ ਬੇਬੀ, ਤੇ ਉਹਨਾਂ ਨੇ ਕਿਹਾ ਕਿਉਂ ਮੁੰਡਾ ਚਾਹੁੰਦੇ ਹੋ? ਮੈਂ ਕਿਹਾ ਨਹੀਂ, ਮੈਂ ਬੇਟੀ ਚਾਹੁੰਦੀ ਹਾਂ। ਕਹਿੰਦੇ ਮੈਂ ਪਹਿਲੀ ਵਾਰੀ ਦੇਖਿਆ। ਸੋ ਬੇਟੀ ਹੋਣੀ ਬਹੁਤ ਜ਼ਰੂਰੀ ਹੈਗੀ। On the same note, ਬੇਟੀਆਂ nothing like that। when I was pregnant with my daughter, ਅਸੀਂ ਜਿਵੇਂ ਅੰਮ੍ਰਿਤਸਰ ਦੇ ਆ ਤੇ ਅਸੀਂ ਬਾਬਾ ਬੁੱਢਾ ਸਾਹਿਬ ਵੈਸੇ ਹੀ ਗਏ ਜਿਵੇਂ ਹੁਣ ਇੰਡੀਆ ਜਾਈਦਾ ਆ, ਤੇ ਉੱਥੇ ਜਿਵੇਂ ਬਾਬਾ ਜਿਹੜੇ ਹੁੰਦੇ ਨੇ ਉਹ ਅਰਦਾਸ ਕਰਦੇ ਨੇ ਹਨਾ ਬੇਟੇ ਲਈ, ਤੇ ਮੈਂ I just stopped him in between. I said ਫਿਰ ਕਹਿਣਾ ਕੁਛ ਨਹੀਂ ਆ, ਪਰ ਉਹ ਕਹਿੰਦਾ ਨਹੀਂ ਕਹਿਣਾ ਤੇ ਆ। ਮੈਂ ਕਿਹਾ ਓਕੇ ਫਿਰ ਡਾਟਰ ਕਹੋ, ਫਿਰ ਤੁਸੀਂ ਸਨ ਕਿਉਂ ਕਹਿ ਰਹੇ ਜੇ? ਤੇ ਜਿਹੜੇ ਨਾਲ ਪੁਸ਼ਪਿੰਦਰ ਦੇ ਫੈਮਿਲੀ ਨੂੰ ਤੇ ਜ਼ਿਆਦਾ ਮੇਰੇ ਬਾਰੇ ਪਤਾ ਨਹੀਂ ਸੀ ਕਿ ਮੈਂ ਇਹੋ ਜਿਹੇ ਖਿਆਲਾਂ ਦੀ ਆ। ਉਹ ਸਾਰੇ ਵੇਖਦੇ ਰਹਿ ਗਏ ਕਿ ਵਾਓ, ਬਾਬਾ ਬੁੱਢਾ ਸਾਹਿਬ ਤੋਂ ਲੋਕੀ ਬੇਟੇ ਮੰਗਦੇ ਨੇ, ਅਰਦਾਸ ਕਰਦੇ ਨੇ ਤੇ ਬੇਟੀ ਮੰਗਦੇ ਨੇ ਅਰਦਾਸ ਵਿੱਚ। I said so why not? ਕਹਿੰਦੇ ਬੇਟਾ you have your son till he has his wife and you have your daughter for life। Yes, so at least 2 daughters, so you have your parents। ਜਿਵੇਂ ਉਹ ਪੁਰਾਣੇ ਜ਼ਮਾਨੇ 'ਚ ਕਹਿੰਦੇ ਸੀ 2 ਵੀਰ ਦਹੀਂ ਵੇ ਰੱਬਾ ਮੇਰੀ ਸਾਰੀ ਉਮਰ ਦੇ ਮਾਪੇ। ਅੱਜ ਕੱਲ ਤੇ ਪੇਰੈਂਟਸ ਨੂੰ, ਮਾਪਿਆਂ ਨੂੰ 2 daughters ਹੋਣ ਤੇ ਆਪਾਂ ਸਾਰਿਆਂ ਨੂੰ ਪਤਾ ਆ ਕਿ ਕੀ ਕੁਛ ਚੇਂਜਿਸ ਆ ਰਹੀਆਂ ਨੇ ਸਮਾਜ ਵਿੱਚ, ਤਾਂ ਇਸ ਲਈ 1 daughter ਨਹੀਂ 2 daughters, 2 ਜ਼ਰੂਰੀ ਨੇ। ਹਾਂਜੀ, let's do that and I love her book, I would love to read it। ਤੇ ਦੂਜੀ ਤੁਸੀਂ ਲਿਖ ਰਹੇ ਹੋ? ਉਹਦਾ ਟਾਈਟਲ ਅਜੇ ਮੈਂ ਸੋਚਿਆ ਨਹੀਂ ਆ, ਪਰ ਉਹ ਜਿਵੇਂ ਫੈਰੀ ਟੇਲ ਸਟੋਰੀ ਬੁੱਕ ਹੋਊਗੀ ਮੇਰੀ ਤੇ ਮੇਰੇ ਸਨ ਦੀਆਂ ਜਿਹੜੀਆਂ ਅਸੀਂ ਗੁਫ਼ਤਗੂ ਗੱਲਾਂ ਕਰਦੇ ਹਾਂ ਜਦੋਂ ਮੈਂ ਉਹਦਾ ਜੂੜਾ ਬਣਾਉਂਦੀ ਆ ਜਾਂ ਜਦੋਂ ਉਹਦੇ ਕੇਸ ਧੋਈਦੇ ਆ, ਤੇ ਉਹ ਕੀ ਫੀਲ ਕਰਦਾ ਆ ਉਹਦੇ ਬਾਰੇ, ਤੇ ਉਹ ਕਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਕਰਦਾ ਆ ਮੇਰੇ ਨਾਲ, ਤੇ ਮੈਂ ਕੀ ਫੀਲ ਕਰਦੀ ਉਸ ਪਰਟੀਕੂਲਰ ਸਮੇਂ ਜਦੋਂ ਉਹਦਾ ਜੂੜਾ ਬਣਦਾ ਆ। ਸੋ ਕਿ ਇਹਦੇ ਨਾਲ ਇੱਕ ਤੇ ਐਨਕਰੇਜਮੈਂਟ ਮਿਲੂਗੀ ਹੋਰ ਬੱਚਿਆਂ ਨੂੰ ਵੀ ਜੂੜਾ ਕੇਸ ਰੱਖਣ ਦੀ, ਤੇ ਜੋ ਅਸੀਂ ਇੰਜੋਏ ਕੀਤਾ ਆ ਹੋਰ ਵੀ ਬੌਂਡਿੰਗ ਪੇਰੈਂਟਸ ਤੇ ਮਦਰਸ ਤੇ ਉਹਨਾਂ ਦੇ ਸਨ ਨਾਲ ਬਣੂਗੀ। ਹਾਂਜੀ, ਇਟ ਇਜ਼ ਵੈਰੀ ਇੰਪੋਰਟੈਂਟ ਦ ਵੇ ਯੂ ਥਿੰਕ, ਤੁਹਾਡੀ ਥਿੰਕਿੰਗ ਕਿਵੇਂ ਹੈਗੀ, ਵੈਰੀ ਪ੍ਰੈਕਟੀਕਲ, ਵੈਰੀ ਪ੍ਰਿੰਸੀਪਲਡ ਹੈ ਨਾ। ਸੋ ਥੈਂਕ ਯੂ ਸੋ ਮਚ ਅਗੇਨ ਫॉर ਲਾਈਕ ਰਾਈਟਿੰਗ ਦੈਟ ਕਾਈਂਡ ਆਫ ਬੁੱਕ, ਕਿਉਂਕਿ ਕਈ ਵਾਰੀ ਕਈ ਮਾਵਾਂ ਸਿੰਪਲ ਹੁੰਦੀਆਂ ਨੇ ਹੈ ਨਾ, ਉਹਨਾਂ ਨੂੰ ਇੰਨੀ ਐਕਸਪੋਜ਼ਰ ਨਹੀਂ ਹੁੰਦਾ। ਜੇ ਉਹਨਾਂ ਦੇ ਬੱਚੇ ਕੋਈ ਕੁਐਸਚਨ ਪੁੱਛਣਗੇ ਤੇ ਉਹ ਤੁਹਾਡੀ ਬੁੱਕ ਨੂੰ ਰੈਫਰ ਕਰ ਸਕਦੇ ਨੇ ਜਾਂ ਬੱਚੇ ਉਹਨੂੰ ਪੜ੍ਹ ਸਕਦੇ ਨੇ। ਦੈਟ ਕੁਡ ਬੀ ਅ ਵੈਰੀ ਨਾਈਸ ਬੈਡ ਟਾਈਮ ਸਟੋਰੀਜ਼ ਜਿਹੜੀਆਂ ਹੈ ਨਾ। ਸੋ ਹਾਂ, ਸੋ ਦੈਟ ਇਜ਼ ਸੱਚ ਅ ਨਾਈਸ ਥਿੰਗ ਦੈਟ ਤੁਸੀਂ ਸੋਚਿਆ ਹੈ ਨਾ, ਕਿਉਂਕਿ ਐਜ਼ ਹੁਣ ਤੱਕ ਤੇ ਦਰਸ਼ਕਾਂ ਨੂੰ ਪਤਾ ਹੀ ਲੱਗ ਗਿਆ ਹੋਣਾ ਕਿ ਕੋਮਲ ਆਲਵੇਜ਼ ਥਿੰਕਸ ਆਊਟਸਾਈਡ ਦ ਬਾਕਸ। ਸੋ ਕੋਮਲ, ਤੁਸੀਂ ਜਿਵੇਂ ਇੰਨਾ ਅੱਛਾ ਕੰਮ ਕਰਦੇ ਹੋ, ਇੰਨਾ ਅੱਛੀ ਤਰ੍ਹਾਂ ਦੇ ਨਾਲ ਵਿਚਰਦੇ ਹੋ, ਤੁਹਾਨੂੰ ਜ਼ਰੂਰ ਅਵਾਰਡ ਤੇ ਜ਼ਰੂਰ ਮਿਲੇ ਹੋਣੇ ਨੇ। ਸੋ ਵੀ ਵਿਲ ਲਾਈਕ ਟੂ ਟਾਕ ਅਬਾਊਟ ਦੈਮ। ਤੁਹਾਨੂੰ ਕਿਹੜੇ ਕਿਹੜੇ ਅਵਾਰਡ ਮੇਰੇ ਲਾਈਫ ਦੇ ਵਿੱਚ? ਮੈਨੂੰ ਇੱਕ ਵੈਰੀ ਪ੍ਰੈਸਟੀਜੀਅਸ ਅਵਾਰਡ ਜਦੋਂ ਕੈਨੇਡਾ 150 ਅਵਾਰਡ ਫॉर द ਸਿਟੀਜ਼ਨ ਮਿਲਿਆ। ਹਾਂਜੀ, ਜਦੋਂ when Canada turns 150, so that was the biggest award I received। ਫਿਰ ਮੈਨੂੰ PCHS ਤੋਂ awards ਮਿਲੇ on Women's Day। ਫਿਰ ਮੈਨੂੰ volunteers award ਮਿਲੇ from school, from Peel District School Board, from PCHS and from Humber College। That's very nice। So we are very happy। ਕੰਮ ਤੇ ਕਈ ਬਹੁਤ ਲੋਕ ਕਰਦੇ ਨੇ ਬਟ ਕਈ ਵਾਰੀ ਉਹਨਾਂ ਨੂੰ recognition ਨਹੀਂ ਮਿਲਦੀ। So that is also another way of spreading the word ਕਿ ਇੱਕ ਲੜਕੀ ਹੈਗੀ ਕੋਮਲ, ਉਹ ਇੰਨੇ ਅੱਛੇ ਕੰਮ ਕਰ ਰਹੀ ਹੈ। Let's learn from her and let's be inspired। ਹਾਂ, go by the flow। ਹਾਂਜੀ, ਸੋ ਇੰਨਾ ਸਾਰੇ ਕੁਛ ਕਰਦਿਆਂ ਹੋਇਆਂ ਜ਼ਰੂਰ ਲਾਈਫ ਦੇ ਵਿੱਚ ਆਪਣਾ ਕੋਈ ਨਾ ਕੋਈ ਰੋਲ ਮਾਡਲ ਹੁੰਦਾ। ਸੋ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਤੁਹਾਡਾ ਰੋਲ ਮਾਡਲ ਕੌਣ ਹੈ ਲਾਈਫ ਦੇ ਵਿੱਚ? ਰੋਲ ਮਾਡਲ ਤੇ ਗੁਰੂ ਸਾਹਿਬਾਨ ਨੇ ਮੇਰੇ, ਤੇ ਪਰ ਮੈਂ ਮੋਟੀਵੇਟ ਹੁੰਨੀ ਆ ਆਪਣੇ ਐਕਸ਼ਨਸ ਆਫ ਮਾਈ ਫਾਦਰ। ਜੇ ਵੀ ਜਿਵੇਂ ਜਿਹਨੂੰ ਐਵੇਂ ਸੋਚੀਏ ਕਿ
ਜਿਹੜੀ ਕਹਾਣੀ ਉਹ ਲਿਖ ਰਹੇ ਸੀ ਤੇ ਅਧੂਰੀ ਰਹਿ ਗਈ ਬਿਕਾਜ਼ ਆਈ ਵਾਸ 17 when he passed away ਤੇ ਮੈਂ ਉਹ ਕੰਟੀਨਿਊ ਕਰ ਰਹੀ ਹੁਣ ਆਪਣੇ ਬੱਚਿਆਂ ਦੇ ਨਾਲ। ਹਾਂਜੀ ਤੇ ਸੋ ਉੱਥੋਂ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਕਿਉਂਕਿ ਉਸ ਟਾਈਮ ਤੇ ਇਨ 80s ਇਸ ਵਿਚਾਰਧਾਰਾ ਨਾਲ ਐਮਪਾਵਰਡ ਕੁੜੀ ਨੂੰ ਰੇਜ਼ ਕਰਨਾ ਵਾਜ਼ ਅਗੇਂਸਟ the flow of the society ਤੇ ਇੱਕ ਛੋਟੇ ਸ਼ਹਿਰ ਵਿੱਚੋਂ ਇਹੋ ਜਿਹੇ thought process raise ਕਰਨਾ I really thankful to my father and that's my motivation and role model is Guru Sahib। ਬਹੁਤ ਹੀ ਅੱਛੇ ਰੋਲ ਮਾਡਲ। ਹਰ ਇੱਕ ਲੜਕੀ ਦੇ ਲਈ ਉਹਦਾ ਹੀਰੋ ਉਹਦਾ ਫਾਦਰ ਹੀ ਹੁੰਦਾ ਹੈ, ਬਟ ਤੁਹਾਡੇ ਲਈ ਤੇ ਟਰੂ ਮੈਨਿਆਂ ਦੇ ਵਿੱਚ ਸੀਗੇ ਕਿਉਂਕਿ ਉਹਨਾਂ ਨੇ ਬਹੁਤ ਡਿਫਰੈਂਟਲੀ ਬਹੁਤ ਤੁਹਾਨੂੰ ਇੱਕ courageous ਕੌਰ ਬਣਾਇਆ ਤੇ ਫਿਰ ਤੁਸੀਂ ਗੁਰੂ ਸਾਹਿਬ ਦੀਆਂ ਫੋਲੋ ਕੀਤੀਆਂ ਟੀਚਿੰਗਸ ਤੇ ਯੂ ਆਰ ਅ ਟਰੂ ਕੌਰ। ਥੈਂਕ ਯੂ ਸੋ ਮਚ। ਅਸੀਂ ਹਰ ਪ੍ਰੋਗਰਾਮ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇੱਕ ਮੈਸੇਜ ਦੇ ਕੇ ਜਾਣਾ ਹੈ। ਤੁਹਾਡੀ ਲਾਈਫ ਤੋਂ ਤੇ ਵੈਸੇ ਬਹੁਤ ਹੀ ਮੈਸੇਜ ਲਏ ਜਾ ਸਕਦੇ ਨੇ, ਪਰ ਅਸੀਂ ਜ਼ਰੂਰ ਚਾਹਾਂਗੇ ਕਿ ਤੁਸੀਂ ਆਪਣੇ ਵਰਡਸ ਦੇ ਵਿੱਚ ਅੱਜ ਕੱਲ੍ਹ ਦੀਆਂ ਜਿਹੜੀਆਂ ਸਾਡੀਆਂ ਬੱਚੀਆਂ ਜਾਂ ਭੈਣਾਂ ਨੇ ਉਹਨਾਂ ਲਈ ਕੀ ਮੈਸੇਜ ਦੇਣਾ ਚਾਹੋਗੇ? ਮੈਂ ਮੈਸੇਜ ਇਹ ਦੇਣਾ ਚਾਹੁੰਦੀ ਹਾਂ ਕਿ ਵੈਸੇ ਮੈਂ ਮੈਸੇਜ ਦੇਣ ਵਾਲੀ ਕੋਈ ਨਹੀਂ ਆ, ਨਹੀਂ ਪਰ ਮੈਂ ਇਹ ਜ਼ਰੂਰ ਬੇਨਤੀ ਕਰਦੀ ਹਾਂ, ਰਿਕੁਐਸਟ ਕਰਦੀ ਹਾਂ ਕੋ ਮਦਰਸ ਨੂੰ we are all sailing in the same boat as a parents as a mothers ਪਰ ਆਪਣੇ ਬੱਚਿਆਂ ਨੂੰ ਟਾਈਮ ਜ਼ਰੂਰ ਦੇਵੋ, ਉਹਨਾਂ ਦੀ ਗੱਲ ਸੁਣੋ, ਕਿਹੜੀ ਗੱਲ ਨੇ ਤੁਹਾਡੇ ਬੱਚੇ ਦਾ ਭਵਿੱਖ ਬਣ ਜਾਣਾ, ਤੁਹਾਡੇ ਘਰ ਵਿੱਚ ਸਾਰਾ ਸਿਨੈਰੀਓ ਹੀ ਬਦਲ ਜਾਣਾ। ਇਸ ਲਈ ਆਪ ਤੁਸੀਂ ਐਵੇਂ ਨਾ ਕਹੋ ਕਿ ਜੇ ਤੁਸੀਂ ਘਰੇ ਹੀ ਰਹਿੰਦੇ ਜੇ ਕੰਮ ਵੀ ਨਹੀਂ ਕਰਦੇ ਤੇ ਇਹ ਨਾ ਸੋਚੋ ਕਿ ਮੈਂ ਤੇ ਕੁਛ ਕਰ ਹੀ ਨਹੀਂ ਸਕਦੀ, ਮੈਨੂੰ ਤੇ ਕੁਛ ਪਤਾ ਨਹੀਂ। ਤੁਸੀਂ ਸਭ ਕੁਛ ਕਰ ਸਕਦੇ ਜੇ, ਪਰ ਤੁਸੀਂ ਥੋੜਾ ਜਿਹਾ ਚੇਤਨ ਹੋ ਜਾਓ ਕਿ ਮੈਂ ਕਰ ਸਕਦੀ ਹਾਂ। ਮੈਂ ਕਈਆਂ ਦੇ ਵਿੱਚ ਇਹ ਹੁੰਦਾ ਕਿ ਮੈਂ ਇੰਨੀ ਪੜ੍ਹੀ ਲਿਖੀ ਨਹੀਂ, ਮੈਨੂੰ ਇੰਨਾ ਪਤਾ ਨਹੀਂ। ਅੱਜ ਕੱਲ੍ਹ ਤੇ ਸਾਰਾ ਕੁਛ ਤੁਹਾਡੇ ਹੱਥ ਵਿੱਚ ਆ, ਤੁਸੀਂ ਜੋ ਜਾਣਨਾ ਚਾਹੁੰਦੇ ਜਾਣ ਸਕਦੇ, ਪਰ ਕੋਈ ਐਕਸਕਿਊਜ਼ਸ ਨਾ ਬਣਾਓ। ਇਹ ਮੇਰਾ ਮੈਸੇਜ ਹੈ, ਮੇਰੀ ਰਿਕੁਐਸਟ ਆ। ਕੋਈ ਆਪਣੇ ਲਈ ਐਕਸਕਿਊਜ਼ਸ ਨਾ ਬਣਾਓ ਕਿ ਅੜਚਣਾ ਕਰਕੇ ਮੈਂ ਕਰ ਨਹੀਂ ਸਕਦੀ। ਸਾਰਿਆਂ ਨੂੰ ਔਕੜਾਂ ਮੁਸ਼ਕਿਲਾਂ ਆਉਂਦੀਆਂ ਨੇ, ਪਰ ਜੇ ਤੁਸੀਂ ਉਹਨਾਂ ਨੂੰ ਓਵਰਕਮ ਕਰਦੇ ਜੇ ਤੇ ਤੁਹਾਡੀ ਆਪਣੀ ਜ਼ਿੰਦਗੀ ਬਹੁਤ ਖੂਬਸੂਰਤ ਬਣਦੀ ਆ ਤੇ ਤੁਸੀਂ ਆਪਣੇ ਬੱਚਿਆਂ ਦੀ, ਆਪਣੇ ਆਲੇ ਦੁਆਲੇ ਦੀ ਜ਼ਿੰਦਗੀ ਖੁਸ਼ਹਾਲ ਬਣਾਉਂਦੇ ਜੇ। ਤੇ ਤੁਸੀਂ ਪਲੀਜ਼ ਐਕਸਕਿਊਜ਼ਸ ਨਾ ਬਣਾਓ। ਸੋ ਥੈਂਕ ਯੂ ਸੋ ਮਚ ਫॉर ਸੱਚ ਅ ਬਿਊਟੀਫੁਲ ਮੈਸੇਜ। ਜਿਵੇਂ ਕਿ ਇਹਨਾਂ ਦੀ ਲਾਈਫ ਤੋਂ ਆਪਾਂ ਸਿੱਖ ਸਕਦੇ ਹਾਂ ਇੱਕ ਬਹੁਤ ਹੀ ਪਹਿਲੀ ਗੱਲ ਤੇ ਜੇ ਕੋਈ ਗੱਲ ਹੈਗੀ ਉਹਨੂੰ ਐਡਮਿਟ ਕਰਕੇ ਚੱਲਣਾ ਕਿ ਇਹਦੀ ਲੋੜ ਹੈਗੀ ਹੈ, ਤੇ ਦੂਜਾ ਐਕਸਕਿਊਜ਼ਸ ਬਣਾਉਣੀਆਂ ਬਿਲਕੁਲ ਗਲਤ ਗੱਲ ਹੈਗੀ ਹੈ। ਦੇਰ ਇਜ਼ ਕਹਿੰਦੇ ਇਫ ਦੇਰ ਇਜ਼ ਅ ਪ੍ਰੋਬਲਮ then there is a solution always. If there is no solution then there is no problem. So ਜੋ ਵੀ ਕੋਈ ਤੁਹਾਡੀ ਔਕੜ ਹੈਗੀ ਹੈ ਉਹਨੂੰ ਉਹਦੇ ਲਈ ਸੋਲੂਸ਼ਨ ਲੱਭਣਾ ਜ਼ਰੂਰੀ ਹੈ। ਹਾਂਜੀ, where there is a well there is a way। ਆਪਾਂ ਕਹਾਣੀ ਪੜ੍ਹੀ ਆ ਪਿਆਸੇ ਕਾਂ ਦੀ। ਹਾਂਜੀ, ਸੋ ਇੰਨਾ ਹੀ ਇਹਨਾਂ ਤੋਂ ਇਹਨਾਂ ਦੀ ਲਾਈਫ ਤੋਂ ਇੰਸਪਾਇਰ ਹੁੰਦਿਆਂ ਹੋਇਆਂ ਅੱਜ ਜੀ ਤੇ ਨਹੀਂ ਕਰ ਰਿਹਾ, ਟਾਈਮ ਖਤਮ ਹੋ ਗਿਆ, ਪਰ ਗੱਲਾਂ ਨਹੀਂ ਖਤਮ ਹੋਣ ਜਾ ਰਹੀਆਂ। ਪਰ ਆਉਂਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਤੁਹਾਨੂੰ ਫਿਰ ਜ਼ਰੂਰ ਲੈ ਕੇ ਜਾਵਾਂਗੇ ਕਿਉਂਕਿ ਇਹਨਾਂ ਦੀ ਇੱਕ ਲਾਈਫ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਸੀ ਅੱਜ ਟੱਚ ਹੀ ਨਹੀਂ ਕੀਤਾ, ਜੋ ਕਿ ਇਹਨਾਂ ਨੇ ਹੋਰ ਵੀ ਬਹੁਤ ਕਮਿਊਨਿਟੀ ਲਈ ਕੀਤਾ ਹੋਇਆ ਹੈ। ਸੋ ਇੱਕ ਮੈਸੇਜ ਦੇ ਨਾਲ ਕਿ ਜਿਹੜੀਆਂ ਭੈਣਾਂ ਨੇ, ਬੀਬੀਆਂ ਨੇ, ਸਾਡੀਆਂ ਬੱਚੀਆਂ ਨੇ, ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੀ ਟੇਕ ਕੇਅਰ ਕਰਦਿਆਂ ਹੋਇਆਂ, ਬੱਚਿਆਂ ਦੀ ਟੇਕ ਕੇਅਰ ਕਰਦਿਆਂ ਹੋਇਆਂ ਅਸੀਂ ਕਮਿਊਨਿਟੀ ਦੇ ਲਈ ਬਹੁਤ ਹੀ ਇੱਕ ਚਾਨਣ ਮੁਨਾਰਾ ਬਣ ਸਕਦੇ ਹਾਂ। ਸੋ ਉਹਦੇ ਲਈ ਹਮੇਸ਼ਾ ਇੰਸਪਾਇਰ ਰਿਹਾ ਕਰੋ। ਸੋ ਇਸੇ ਦੇ ਨਾਲ ਅਸੀਂ ਤੁਹਾਡੇ ਤੋਂ ਵਿਦਾ ਲੈਂਦੇ ਹਾਂ। ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।